ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ। ਗਾਵਤੇ ਉਦਰਹਿ ਸੁਣਤੇ ਉਦਰਹਿ, ਬਿਨ ਸਹਿ ਪਾਪ ਕਨੇਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਨਾਮ। ਸਾਧੂ ਕੌਣ ਜੁਗਤ ਅਬ ਕੀਜੈ, ਜਾਤੇ ਦੁਰਮਤ ਸਗਲ ਵਿਨਾਸੈ। ਰਾਮ ਭਗਤ ਮਨ ਭੀਜੈ, ਸਾਧੂ ਕੌਣ ਜੁਗਤ ਅਬ ਕੀਜੈ, ਜਾਤੇ ਦੁਰਮਤ ਸਗਲ ਵਿਨਾਸੈ। ਰਾਮ ਭਗਤ ਮਨ ਭੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਜੀ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦੀਦਾਰ ਬਖਸ਼ਿਸ਼ ਕੀਤੇ, ਸਤ ਸੰਗਤ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਅੱਜ ਸਾਧ ਸੰਗਤ ਜੀ 11 ਪੋਹ ਦਾ ਦਿਨ ਹੈ। ਅੱਜ ਦੀ ਜੋ ਰਾਤ ਲੰਘੀ ਹੈ, ਇਹ 10 ਪੋਹ ਦੀ ਰਾਤ, 11 ਪੋਹ ਤੋਂ ਪਹਿਲੀ ਰਾਤ ਜੋ ਹੈ, ਇਹ ਰਾਤ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਛੋਟੇ ਲਾਲਾਂ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਅਤੇ ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ, ਪੂਜਨੀਕ ਮਾਤਾ ਧੰਨ ਧੰਨ ਮਾਤਾ ਗੁਜਰ ਕੌਰ ਜੀ, ਤਿਨਾਂ ਨੇ ਇਹ 10 ਪੋਹ ਦੀ ਪਹਿਲੀ ਰਾਤ ਸਰਹੰਦ ਦੇ ਉਸ ਠੰਡੇ ਬੁਰਜ ਦੇ ਵਿੱਚ ਬਤੀਤ ਕੀਤੀ।
ਅੱਜ ਤੋਂ 317 ਸਾਲ ਪਹਿਲਾਂ 1704 ਈਸਵੀ ਸਨ ਹੈ। 1761 ਬਿਕਰਮੀ ਸੰਮਤ ਹੈ। ਔਰ ਅੰਦਾਜ਼ਾ ਲਾਈਏ ਕਿ ਕਿੰਨੀ ਠੰਡ ਪੈ ਰਹੀ ਹੈ। ਇਹ 10 ਪੋਹ ਦੀ ਰਾਤ ਕਿੰਨੀ ਕਹਿਰਾਂ ਦੀ ਠੰਡ ਹੈ, ਕਕਰੀਲੀ ਠੰਡ ਹੈ, ਕੱਕਰ ਪੈ ਰਿਹਾ ਹੈ, ਠੰਡੀ ਹਵਾ ਵਗ ਰਹੀ ਹੈ, ਸਰੀਰ ਨੂੰ ਚੀਰਦੀ ਜਾ ਰਹੀ ਹੈ, ਹੱਡਾਂ ਨੂੰ ਚੀਰਦੀ ਜਾ ਰਹੀ ਹੈ। ਤੇ ਉਹ ਠੰਡੇ ਬੁਰਜ ਦੇ ਉੱਪਰ ਜਿਸ ਥਾਂ ਦੇ ਉੱਤੇ ਗਰਮੀ ਦੇ ਮਹੀਨਿਆਂ ਵਿੱਚ ਵੀ ਠੰਡ ਮਹਿਸੂਸ ਹੁੰਦੀ ਸੀ, ਕਿਉਂਕਿ ਉਹ ਬੁਰਜ ਉੱਚਾ ਬਣਾਇਆ ਹੀ ਸਰਹੰਦ ਦੇ ਸੂਬੇ ਨੇ, ਵਜੀਦੇ ਨੇ, ਇਸ ਕਰਕੇ ਸੀ ਵੀ ਜੇਠ ਹਾੜ ਦੀ ਗਰਮੀ ਦੇ ਵਿੱਚ ਗਰਮੀ ਤੋਂ ਬਚਣ ਵਾਸਤੇ ਉਸ ਠੰਡੇ ਬੁਰਜ ਦੇ ਵਿੱਚ ਉੱਤੇ ਥਾਂ ਤੇ ਉਹ ਬੈਠਦਾ ਹੁੰਦਾ ਸੀ। 4 ਚੁਫੇਰਿਓਂ ਖੁੱਲ੍ਹਾ ਹੈ ਤੇ ਉੱਚਾ ਹੈ। ਹੇਠੋਂ ਦੀ ਪਾਣੀ ਦਾ ਸੂਆ, ਪਾਣੀ ਦੀ ਨਹਿਰ ਲੰਘਦੀ ਹੈ। ਤੇ ਜਿਸ ਥਾਂ ਤੇ ਜੇਠ ਹਾੜ ਦੇ ਮਹੀਨੇ ਦੇ ਵਿੱਚ ਠੰਡ ਮਹਿਸੂਸ ਹੁੰਦੀ ਹੈ, ਉੱਥੇ ਪੋਹ ਦੀਆਂ ਰਾਤਾਂ ਤੇ ਕੀ ਬਣਦਾ ਹੋਵੇਗਾ। ਔਰ ਜਦੋਂ ਕੱਲ੍ਹ 10 ਪੋਹ ਵਾਲੇ ਦਿਨ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਮੋਰਿੰਡੇ ਕੋਤਵਾਲੀ ਦੇ ਵਿੱਚੋਂ, ਮੋਰਿੰਡੇ ਸ਼ਹਿਰ ਦੇ ਵਿੱਚੋਂ ਜਾਨੀ ਖਾਂ ਤੇ ਮਾਨੀ ਖਾਂ ਥਾਣੇਦਾਰਾਂ ਨੇ ਫਿਰ 10 ਪੋਹ ਨੂੰ ਸਰਹੰਦ ਪਹੁੰਚਾਇਆ ਗਿਆ। ਕੱਲ੍ਹ ਵਾਲਾ ਦਿਨ ਤੇ ਸਰਹੰਦ ਦੇ ਸੂਬੇ ਨੇ ਗੱਲ ਆਖੀ ਕਿ ਇਹ ਬਾਗੀ ਗੁਰੂ ਗੋਬਿੰਦ ਸਿੰਘ ਦੇ ਬਾਗੀ ਪੁੱਤਰ ਆ ਤੇ ਉਹਨਾਂ ਦੀ ਮਾਤਾ ਹੈ, ਇਹਨਾਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਜਾਵੇ ਔਰ ਇਹਨਾਂ ਨੂੰ ਕੁਝ ਖਾਣ ਵਾਸਤੇ, ਕੁਝ ਪੀਣ ਵਾਸਤੇ ਨਾ ਦਿੱਤਾ ਜਾਵੇ, ਕੁਝ ਹੇਠਾਂ ਵਿਛਾਉਣ ਵਾਸਤੇ ਤੇ ਉੱਪਰ ਲੈਣ ਵਾਸਤੇ ਨਾ ਦਿੱਤਾ ਜਾਵੇ। ਜਦੋਂ ਭੁੱਖ ਪਿਆਸ ਦਾ ਦੁੱਖ ਇਹਨਾਂ ਨੂੰ ਝੱਲਣਾ ਪਵੇਗਾ, ਠੰਡੇ ਬੁਰਜ ਦੇ ਵਿੱਚ ਕਹਿਰਾਂ ਦੀ ਠੰਡ ਵਿੱਚ ਰਹਿਣਗੇ ਤੇ ਮੇਰੀ ਕਹੀ ਹੋਈ ਫਿਰ ਹਰੇਕ ਗੱਲ ਇਹ ਮੰਨ ਲੈਣਗੇ। ਜਦੋਂ 10 ਪੋਹ ਨੂੰ ਸ਼ਾਮ ਨੂੰ ਮਾਤਾ ਜੀ ਅਤੇ ਛੋਟੇ ਲਾਲਾਂ ਨੂੰ ਉਸ ਠੰਡੇ ਬੁਰਜ ਦੇ ਵਿੱਚ ਸਿਪਾਹੀ ਲੈ ਕੇ ਗਏ ਆ, ਇਹ ਰਾਤ ਜਿਹੜੀ ਲੰਘ ਰਹੀ ਹੈ ਤੇ ਦਿਨ ਚੜ੍ਹ ਰਿਹਾ ਹੈ, ਇਹ ਪਹਿਲੀ ਰਾਤ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ ਠੰਡੇ ਬੁਰਜ ਵਿੱਚ ਕੱਟੀ ਹੈ। ਤੇ ਅੱਜ ਦਿਨੇ 11 ਪੋਹ ਨੂੰ ਫਿਰ ਸੂਬੇ ਦੀ ਕਚਹਿਰੀ ਵਿੱਚ ਸਿਪਾਹੀ ਲੈ ਕੇ ਜਾਂਦੇ ਆ ਗੁਰੂ ਕੇ ਸਾਹਿਬਜ਼ਾਦਿਆਂ ਨੂੰ। 11 ਪੋਹ ਨੂੰ ਵੀ 12 ਪੋਹ ਨੂੰ ਕੱਲ੍ਹ ਦਾ ਆਉਣ ਵਾਲਾ ਦਿਨ, ਦੋਵੇਂ ਦਿਨ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵਿੱਚ ਲਿਜਾਇਆ ਗਿਆ। ਅੱਜ ਦੇ ਦਿਨ ਜਦੋਂ ਲੈ ਕਰਕੇ ਗਏ ਨਾ ਸੂਬੇ ਦੀ ਕਚਹਿਰੀ ਵਿੱਚ 11 ਪੋਹ ਨੂੰ, ਤੇ ਉੱਥੇ ਜਾ ਕਰਕੇ ਆਮੋ ਸਾਹਮਣੇ ਖਲੋ ਕੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੇ 7 ਸਾਲ ਤੇ 9 ਸਾਲ ਦੇ ਗੁਰੂ ਕੇ ਲਾਲ ਆਮੋ ਸਾਹਮਣੇ ਖਲੋ ਕੇ ਹੱਥ ਜੋੜ ਕੇ ਇੱਕ ਦੂਜੇ ਨੂੰ ਫਤਿਹ ਬੁਲਾਈ ਗੱਜ ਕੇ ਕਚਹਿਰੀ ਵਿੱਚ। ਆਖਿਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਇਤਿਹਾਸ ਕਹਿੰਦਾ ਹੈ ਵੀ ਸਾਰੇ ਹੱਕੇ ਬੱਕੇ ਰਹਿ ਗਏ ਜਿੰਨੇ ਸਭਾ 'ਚ ਬੈਠੇ ਸਨ, ਸਿਪਾਹੀ, ਵਜ਼ੀਰ, ਅਹੁਦੇਦਾਰ। ਤੇ ਸਰਹੰਦ ਦਾ ਸੂਬਾ ਵੀ ਹੈਰਾਨ ਹੋਇਆ, ਕਿਉਂਕਿ ਉਹਨੇ ਆਪਣੇ ਮਨ ਵਿੱਚ ਹੋਰ ਕੁਝ ਸੋਚਿਆ ਹੋਇਆ ਸੀ।
ਵੀ ਇਹ ਭੁੱਖੇ ਆ, ਪਿਆਸੇ ਆ, ਇਹਨਾਂ ਨੂੰ ਸਿਪਾਹੀਆਂ ਨੇ ਡਰਾਇਆ ਧਮਕਾਇਆ ਹੋਇਆ ਹੈ, ਰਾਤ ਦੇ ਠੰਡ ਦੇ ਫੁੰਡੇ ਹੋਏ ਆ। ਵੇਖੋ ਆਪਾਂ ਆ ਰਹੇ ਹਾਂ ਤੇ ਕਿੰਨੀ ਠੰਡ ਹੈ, ਕਿੰਨੀ ਧੁੰਦ ਪਈ ਹੋਈ ਹੈ, ਕਿੰਨੀ ਠੰਡ ਜ਼ਿਆਦੀ ਹੈ। ਪਰ ਸਾਰੀ ਰਾਤ ਨਿੱਧਰੇ ਠੰਡ ਦੇ ਵਿੱਚ ਰਹਿਣਾ, ਜਿੱਥੋਂ ਠੰਡੀ ਹਵਾ ਵਗਦੀ ਹੈ, ਉਸ ਥਾਂ ਦੇ ਉੱਤੇ ਸੂਬੇ ਦਾ ਖਿਆਲ ਸੀ ਵੀ ਠੰਡ ਦੇ ਨਾਲ ਵੀ ਇਹ ਘਬਰਾਏ ਹੋਣਗੇ ਤੇ ਭੁੱਖ ਦਾ ਵੀ ਦੁੱਖ ਹੈ। ਤੇ ਫਿਰ ਸਿਪਾਹੀਆਂ ਨੇ ਵੀ ਇਹਨਾਂ ਨੂੰ ਡਰਾਇਆ ਹੋਇਆ ਤੇ ਸਮਝਾਇਆ ਵੀ ਇਹ ਆ ਕੇ ਝੁੱਕ ਕੇ ਮੈਨੂੰ ਸਲਾਮ ਕਰਨਗੇ, ਮੇਰੇ ਅੱਗੇ ਤਰਲਾ ਪਾਉਣਗੇ, ਬੇਨਤੀਆਂ ਕਰਨਗੇ। ਪਰ ਗੱਲ ਉਲਟ ਹੋ ਗਈ, ਉਹਨਾਂ ਨੇ ਗੱਜ ਕੇ ਫਤਿਹ ਬੁਲਾ ਦਿੱਤੀ ਆ ਕੇ। ਜਿਹੜਾ ਸਰਹੰਦ ਦਾ ਸੂਬਾ ਉਹਦਾ ਹੁਲੀਆ ਲਿਖਿਆ ਹੋਇਆ ਸਾਧ ਸੰਗਤ ਜੀ ਇਤਿਹਾਸਕਾਰਾਂ ਨੇ, ਕਹਿੰਦੇ ਵੀ ਨਿਰਾ ਰਾਖਸ਼ੀ ਆਏ, ਮਧਰਾ ਜਿਹਾ ਕੱਦ ਹੈ ਉਹਦਾ ਤੇ ਕਾਲਾ ਜਿਹਾ ਰੰਗ ਹੈ, ਤੇ ਉਹਦੇ ਚਿਹਰੇ ਦੇ ਉੱਤੇ ਨਾ ਖਸਰੇ ਦੇ ਦਾਗ ਪਏ ਹੋਏ ਆ, ਜਿਹਨੂੰ ਆਮ ਪਿੰਡਾਂ 'ਚ ਲੋਕ ਉਹ ਛਾਲੇ ਜੇ ਨਿਕਲ ਆਉਣ ਤੇ ਕਹਿੰਦੇ ਨਾ ਮਾਤਾ ਨਿਕਲੀ ਆ। ਉਹਦੇ ਦਾਗ ਉਹਦੇ ਪੱਕੇ ਪਏ ਹੋਏ ਸੀ ਮੂੰਹ ਦੇ ਉੱਤੇ, ਕਾਲੇ ਜਿਹੇ ਰੰਗ ਦੇ ਉੱਤੇ, ਤੇ ਵੱਡੇ ਵੱਡੇ ਦੰਦ ਆ ਉਹਦੇ। ਇਹ ਹੁਲੀਆ ਲਿਖਿਆ ਸਰਹੰਦ ਦੇ ਸੂਬੇ ਦਾ। ਕਹਿੰਦੇ ਨਿਰਾ ਰਾਖਸ਼ ਲੱਗਦਾ ਹੈ, ਦੈਂਤ ਲੱਗਦਾ ਸਾਹਮਣੇ ਬੈਠਾ ਹੋਇਆ। ਉਹਨੂੰ ਵੇਖ ਕੇ ਤੇ ਆਮ ਬੱਚੇ ਉਂਝ ਹੀ ਡਰ ਜਾਣ, ਘਬਰਾ ਜਾਣ, ਪਰ ਗੁਰੂ ਕੇ ਲਾਲ ਉਹਦੇ ਸਾਹਮਣੇ ਜਾ ਕਰਕੇ ਗੱਜ ਕੇ ਫਤਿਹ ਬੁਲਾਉਂਦੇ ਆ, ਕਿਉਂਕਿ ਗੁਰੂ ਗੋਬਿੰਦ ਸਿੰਘ ਦੇ ਪੁੱਤ ਆ, ਕਲਗੀਆਂ ਵਾਲੇ ਬਾਜਾਂ ਵਾਲੇ ਦੇ ਲਾਲ ਆ, ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਖੂਨ ਆ। ਨਹੀਂ ਉਹ ਡਰੇ, ਨਹੀਂ ਘਬਰਾਏ, ਚੜ੍ਹਦੀ ਕਲਾ ਵਿੱਚ। ਸਾਰੀ ਰਾਤ ਮਾਤਾ ਜੀ ਬਾਣੀ ਪੜ੍ਹ ਕੇ ਸੁਣਾਉਂਦੇ ਰਹੇ, ਸਾਰੀ ਰਾਤ ਆਪਣਾ ਇਤਿਹਾਸ ਮਾਤਾ ਜੀ ਸੁਣਾਉਂਦੇ ਰਹੇ। ਸਾਹਿਬਜ਼ਾਦਿਆਂ ਦੇ ਦਾਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਸੁਣਾਉਂਦੇ ਰਹੇ। ਸਾਹਿਬਜ਼ਾਦਿਆਂ ਦੇ ਪੜਦਾਦਾ ਜੀ ਮੀਰੀ ਪੀਰੀ ਦੇ ਮਾਲਕ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ ਸਤਿਗੁਰੂ ਜੀ ਦਾ ਇਤਿਹਾਸ ਮਾਤਾ ਜੀ ਸੁਣਾਉਂਦੇ ਰਹੇ। ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਜੀ ਦੀ ਗਾਥਾ ਮਾਤਾ ਜੀ ਸੁਣਾਉਂਦੇ ਰਹੇ ਆ ਸਾਹਿਬਜ਼ਾਦਿਆਂ ਨੂੰ, ਸਿੱਖਿਆ ਦਿੰਦੇ ਰਹੇ ਆ ਕਿ ਬੱਚਿਓ ਭੁਜੰਗਿਓ ਵੇਖਿਓ ਕਿਤੇ ਸੂਬੇ ਦੇ ਸਾਹਮਣੇ ਜਾ ਕਰਕੇ ਘਬਰਾਇਓ ਨਾ, ਡੋਲਿਓ ਨਾ। ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹੋ, ਤੁਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪੋਤਰੇ ਹੋ, ਤੇ ਤੁਸੀਂ ਮੀਰੀ ਪੀਰੀ ਦੇ ਮਾਲਕ ਮਹਾਂਬਲੀ ਸੂਰਮੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪੜਪੋਤੇ ਹੋ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪੜਪੋਤੇ ਹੋ ਤੁਸੀਂ। ਤੇ ਸਾਹਿਬਜ਼ਾਦਿਆਂ ਦੇ ਸਾਧ ਸੰਗਤ ਜੀ ਰੋਮ ਰੋਮ ਵਿੱਚ ਗੁਰੂ ਕੀ ਬਾਣੀ ਵਸੀ ਹੋਈ ਹੈ। ਉਹਨਾਂ ਦੇ ਰੋਮ ਰੋਮ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੀ ਸਿੱਖਿਆ ਵਸੀ ਹੋਈ ਹੈ। ਵੀਰ ਰਸ ਵਸਿਆ ਹੋਇਆ ਹੈ ਰੋਮ ਰੋਮ ਦੇ ਵਿੱਚ। ਜਦੋਂ ਆਪਾਂ, ਕਿਉਂਕਿ ਕਈ ਵਾਰੀ ਇਹਨਾਂ ਗੱਲਾਂ ਤੇ ਸ਼ੰਕਾ ਵੀ ਹੋਵੇਗਾ, ਪਰ ਜਿਹੜੇ ਗੁਰੂ ਕੇ ਲਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਆ ਨਾ, ਸ੍ਰੀ ਸਹਿਜ ਪਾਠ, ਉਹਨਾਂ ਦੇ ਮਨ ਵਿੱਚ ਰੱਤਾ ਭਰ ਵੀ ਸ਼ੰਕਾ ਨਹੀਂ ਹੋ ਸਕਦਾ ਸਾਹਿਬਜ਼ਾਦਿਆਂ ਦੇ ਇਤਿਹਾਸ ਤੇ। ਕਿਉਂ? ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਜੋ ਲਿਖਿਆ ਉਹ ਸੱਚ ਹੈ, ਅਟੱਲ ਹੈ। ਕਈ ਵਾਰੀ ਕਈ ਗੁਰਮੁਖ ਇਤਿਹਾਸ ਤੇ ਸ਼ੰਕਾ ਕਰ ਦਿੰਦੇ ਆ ਵੀ ਇਹ ਕਵੀ ਦੀ ਕਲਪਨਾ ਹੋ ਸਕਦੀ ਹੈ, ਇਹ ਸੁਭਾਵਕ ਕੁੰਜ ਬਣਾਈ ਗੱਲ ਹੋ ਸਕਦੀ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ 5 ਸਾਲਾਂ ਦੇ ਭਗਤ ਦਾ ਜ਼ਿਕਰ ਕੀਤਾ ਹੈ। 5 ਬਰਖ ਕੋ ਅਨਾਥ ਧਰੂ ਬਾਰਿਕ, ਹਰ ਸਿਮਰਤ ਅਮਰ ਅਟਾਰੇ। ਕਿ 5 ਸਾਲਾਂ ਦਾ ਧਰੂ ਬੱਚਾ, ਉਹਨੇ ਪ੍ਰਭੂ ਦਾ ਸਿਮਰਨ ਕੀਤਾ, ਅਮਰ ਤੇ ਅਟਲ ਹੋ ਗਿਆ, ਅਮਰ ਪਦਵੀ ਨੂੰ ਪ੍ਰਾਪਤ ਕੀਤਾ। ਗੁਰੂ ਕੀ ਬਾਣੀ ਦੇ ਵਿੱਚ 5 ਸਾਲਾਂ ਦੇ ਭਗਤ ਪ੍ਰਹਿਲਾਦ ਦਾ ਜ਼ਿਕਰ ਹੈ।
ਕਿ ਉਸ ਨੂੰ ਭੁੱਖਾ ਰੱਖਿਆ ਗਿਆ, ਪਿਆਸਾ ਰੱਖਿਆ ਗਿਆ, ਅੰਦਰ ਰੱਖ ਕੇ ਬਾਹਰੋਂ ਜਿੰਦਰਾ ਲਾਇਆ ਗਿਆ। ਪ੍ਰਹਿਲਾਦ ਕੋਠੇ ਵਿੱਚ ਰੱਖਿਆ ਬਾਰ ਦੀਆ ਤਾਲਾ। ਨਿਰਭਉ ਬਾਲਕ ਮੂਲ ਨਾ ਡਰਈ, ਮੇਰੇ ਅੰਤਰ ਗੁਰ ਗੋਪਾਲਾ। ਪਿਤਾ ਹਰਨਾਕਸ਼ ਵੱਲੋਂ 5 ਸਾਲਾਂ ਦੇ ਪੁੱਤਰ ਪ੍ਰਹਿਲਾਦ ਨੂੰ ਦਰਖਤ ਤੋਂ ਹੇਠਾਂ ਵੀ ਸੁੱਟਿਆ ਗਿਆ, ਪਹਾੜ ਤੋਂ ਹੇਠਾਂ ਵੀ ਸੁੱਟਿਆ ਗਿਆ, ਪਾਣੀ ਵਿੱਚ ਡੋਬਣ ਦਾ ਯਤਨ ਵੀ ਕੀਤਾ ਗਿਆ, ਅੱਗ ਵਿੱਚ ਸਾੜਨ ਦਾ ਯਤਨ ਵੀ ਕੀਤਾ ਗਿਆ। ਭੂਆ ਲੱਗੀ ਸੀ ਸਾੜਨ ਭਗਤ ਪ੍ਰਹਿਲਾਦ ਦੀ, ਆਪਣੇ ਭਰਾ ਦੀ ਹਮਾਇਤ ਕਰਨ ਵਾਸਤੇ, ਪਰ ਕਰਤਾ ਪੁਰਖ ਦੀ ਖੇਡ, ਉਹ ਭੂਆ ਆਪ ਸੜ ਗਈ ਹੋਲਕਾਂ ਤੇ ਪ੍ਰਹਿਲਾਦ ਦਾ ਵਾਲ ਵਿੰਗਾ ਨਹੀਂ ਹੋਇਆ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ, ਜਲ ਅਗਨੀ ਵਿੱਚ ਘੱਤਿਆ, ਜਲੈ ਨਾ ਡੁੱਬੈ ਗੁਰ ਪ੍ਰਸਾਦ। ਗੁਰੂ ਕੀ ਐਸੀ ਕਿਰਪਾ ਪ੍ਰਹਿਲਾਦ ਦੇ ਉੱਤੇ, ਨਾ ਪਾਣੀ ਉਹਨੂੰ ਡੋਬ ਸਕਿਆ ਤੇ ਨਾ ਅੱਗ ਉਹਨੂੰ ਸਾੜ ਸਕੀ। ਤੇ ਇਧਰ ਵੀ ਉਸੇ ਤਰ੍ਹਾਂ ਦੀ ਕਲਾ ਵਰਤਦੀ ਪਈ ਹੈ, ਪਰ ਇਧਰਲੇ ਪਾਸੇ ਤੱਤਾਂ ਦਾ ਸੁਭਾਅ ਨਹੀਂ ਬਦਲਿਆ। ਇਧਰਲੇ ਪਾਸੇ ਗੁਰੂ ਕੇ ਲਾਲਾਂ ਨੇ ਸਭ ਕੁਝ ਆਪਣੇ ਪਿੰਡੇ ਤੇ ਹੰਢਾਇਆ, ਆਪਣੇ ਉੱਤੇ ਉਹਨੂੰ ਸਹਾਰਿਆ। ਨਹੀਂ ਡਰੇ, ਨਹੀਂ ਘਬਰਾਏ। ਉਹਨਾਂ ਗੱਜ ਕੇ ਫਤਿਹ ਬੁਲਾਈ ਜਦੋਂ, ਤੇ ਸੁੱਚੇ ਨੰਦ ਨੇ ਆਖਿਆ, ਕਹਿੰਦਾ ਸਾਹਿਬਜ਼ਾਦਿਓ, ਇਹ ਕੋਈ ਆਨੰਦਪੁਰ ਦਾ ਦਰਬਾਰ ਨਹੀਂ ਗੁਰੂ ਗੋਬਿੰਦ ਸਿੰਘ ਦਾ, ਇਹ ਕੋਈ ਖਾਲਸੇ ਦਾ ਸਜਿਆ ਹੋਇਆ ਦੀਵਾਨ ਨਹੀਂ ਜਿਹਦੇ 'ਚ ਤੁਸੀਂ ਫਤਿਹ ਬੁਲਾਉਂਦੇ ਹੋ। ਇੱਥੇ ਤਾਂ ਤੁਹਾਨੂੰ ਝੁੱਕ ਕੇ ਸਲਾਮ ਕਰਨੀ ਬਣਦੀ ਹੈ। ਇਹ ਸਰਹੰਦ ਦੇ ਸੂਬੇ ਵਜ਼ੀਰ ਖਾਂ ਦਾ ਦਰਬਾਰ ਹੈ, ਇਹਦੇ 'ਚ ਝੁੱਕ ਕੇ ਸਲਾਮ ਕਰਨੀ ਪੈਂਦੀ ਹੈ। ਸਾਹਿਬਜ਼ਾਦਿਆਂ ਨੇ ਫੇਰ ਗੱਜ ਕੇ ਫਤਿਹ ਬੁਲਾਈ ਸੀ। ਲਿਖਿਆ ਇਤਿਹਾਸ ਦੇ ਵਿੱਚ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ। ਅੱਜ ਪਹਿਲੇ ਦਿਨ ਪਹਿਲਾਂ ਉਹ ਪ੍ਰੇਮ ਜੇ ਦੇ ਨਾਲ, ਵਿਖਾਵੇ ਦਾ ਪ੍ਰੇਮ, ਅਸਲ ਪ੍ਰੇਮ ਤਾਂ ਨਹੀਂ ਉਹਨੂੰ ਆਪਾਂ ਕਹਿ ਸਕਦੇ, ਪ੍ਰੇਮ ਜੇ ਦਾ ਸਮਝਾਉਣ ਦਾ ਯਤਨ ਕਰਦੇ ਆ, ਲਾਲਚ ਦੇ ਕੇ। ਕਹਿੰਦੇ ਬੱਚਿਓ, ਤੁਸੀਂ ਇਸਲਾਮ ਕਬੂਲ ਕਰ ਲਓ, ਮੁਸਲਮਾਨ ਬਣ ਜਾਓ, ਤੁਹਾਨੂੰ ਉਹਦੇ ਮਰਾਤਬੇ ਦਿੱਤੇ ਜਾਣਗੇ। ਜਦੋਂ ਤੁਸੀਂ ਵੱਡੇ ਹੋ ਜਾਓਗੇ ਤੇ ਤੁਹਾਡੇ ਅਸੀਂ ਨਿਕਾਹ ਕਰਾਵਾਂਗੇ। ਇਹ ਲਿਖਿਆ ਇਤਿਹਾਸ ਵਿੱਚ ਵੀ ਇਸ ਤਰ੍ਹਾਂ ਦੇ ਲਾਲਚ ਜਿਹੜੇ ਉਹ ਪੇਸ਼ ਕੀਤੇ ਗਏ। ਤੇ ਇਹ ਗੱਲ ਵੀ ਆਖੀ ਗਈ ਕਿ ਚਮਕੌਰ ਦੀ ਜੰਗ ਦੇ ਵਿੱਚ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਨੂੰ ਅਸੀਂ ਮਾਰ ਲਿਆ ਹੈ, ਅਸੀਂ ਜੰਗ ਜਿੱਤ ਲਈ ਹੈ। ਫਿਰ ਬੋਲੇ ਬਾਬਾ ਫਤਿਹ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ। ਸਾਡਾ ਇਤਿਹਾਸ ਕਹਿੰਦਾ ਹੈ, ਉਹਨਾਂ ਨੇ ਆਖਿਆ ਕਿ ਸੂਬਿਆ, ਸਾਡੇ ਪਿਤਾ ਨੂੰ ਮਾਰਨ ਵਾਲਾ ਕੋਈ ਪੈਦਾ ਹੀ ਨਹੀਂ ਹੋਇਆ। ਇਹ ਵੀ ਵਚਨ ਲਿਖੇ ਆ ਵੀ ਸਾਡਾ ਪਿਤਾ ਤੇ ਅਬਿਨਾਸੀ ਹੈ, ਤੇ ਜਿਹੜਾ ਅਬਿਨਾਸੀ ਹੋਵੇ ਉਹਨੂੰ ਨਾਸ ਕੌਣ ਕਰ ਸਕਦਾ ਹੈ। ਤੇ ਨਾਲੇ ਇਹ ਵਚਨ ਕਹਿੰਦੇ ਸਾਡੇ ਐਵੇਂ ਤੁਸੀਂ ਫੌੜ ਮਾਰੀ ਜਾਂਦੇ ਹੋ, ਗੱਲਾਂ ਕਰੀ ਜਾਂਦੇ ਹੋ। ਜਦੋਂ ਸਾਡੇ ਪਿਤਾ ਜੀ ਆਉਂਦੇ ਨਾ ਜੰਗ ਦੇ ਮੈਦਾਨ ਵਿੱਚ, ਉਦੋਂ ਤੇ ਤੁਸੀਂ ਡਰਦੇ ਹੋਏ ਭੱਜ ਜਾਂਦੇ ਹੋ ਅੱਗੇ ਲੱਗ ਕੇ ਉਹਨਾਂ ਦੇ। ਸਾਡੇ ਪਿਤਾ ਦੇ ਸਾਹਮਣੇ ਤਾਂ ਤੁਸੀਂ ਆਉਂਦੇ ਹੀ ਨਹੀਂ ਹੋ, ਸਾਡੇ ਪਿਤਾ ਦਾ ਤਾਂ ਤੁਸੀਂ ਮੁਕਾਬਲਾ ਕਰ ਹੀ ਨਹੀਂ ਸਕਦੇ ਹੋ, ਉਹਨਾਂ ਨੂੰ ਕੋਈ ਮਾਰਨ ਵਾਲਾ ਜੰਮਿਆ ਹੀ ਨਹੀਂ ਹੈ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਸਾਧ ਸੰਗਤ ਜੀ ਅੱਜ ਪਹਿਲੇ ਦਿਨ 11 ਪੋਹ ਵਾਲੇ ਦਿਨ ਹੋਈਆਂ, ਤੇ ਸਾਹਿਬਜ਼ਾਦਿਆਂ ਨੂੰ ਫੇਰ ਉੱਥੇ ਪਹੁੰਚਾਇਆ ਗਿਆ ਠੰਡੇ ਬੁਰਜ ਵਿੱਚ। ਆਖਿਆ ਇਹਨਾਂ ਨੂੰ ਕੁਝ ਖਾਣ ਪੀਣ ਵਾਸਤੇ ਨਾ ਦਿੱਤਾ ਜਾਵੇ, ਔਰ ਇਹਨਾਂ ਨੂੰ ਉੱਤੇ ਠੰਡ ਦੇ ਵਿੱਚ ਹੀ ਰੱਖਿਆ ਜਾਵੇ, ਤੇ ਕੱਲ੍ਹ ਨੂੰ ਫੇਰ ਇਹਨਾਂ ਨਾਲ ਗੱਲਬਾਤ ਕਰਾਂਗੇ। ਫਿਰ 12 ਪੋਹ ਨੂੰ ਕੱਲ੍ਹ ਨੂੰ ਫੇਰ ਜਿਵੇਂ ਲਿਆਉਂਦੇ ਉਹ ਕੱਲ੍ਹ ਦੀ ਵਿਚਾਰ ਕੱਲ੍ਹ ਸਾਂਝੀ ਕਰਾਂਗੇ, ਜੋ ਲੜੀਵਾਰ ਰੂਪ ਦੇ ਵਿੱਚ ਸਾਧ ਸੰਗਤ ਜੀ ਸਤਿਗੁਰੂ ਗਰੀਬ ਨਵਾਜ ਅੰਮ੍ਰਿਤ ਬਾਣੀ ਦੁਆਰਾ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਨਾਮ। ਰਾਮ ਕਲੀ ਰਾਗ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦਾ ਇਹ 18ਵਾਂ ਰਾਗ ਹੈ। ਸਾਧ ਸੰਗਤ ਜੀ, ਸ੍ਰੀ ਰਾਗ ਮਾਝ ਗੌੜੀ ਆਸਾ ਸੰਗ ਭਈ ਬੌਰੀ। ਗੂਜਰੀ ਗੰਧਾਰੀ ਤੇ ਬਿਹਾਗੜਾ ਸੁਹਾਇਓ ਹੈ। ਵੱਡ ਹੰਸ ਸੋਰਠ ਧਨਾਸਰੀ ਤੇ ਜੈਤ ਸਰੀ। ਟੋਡੀ ਤੇ ਬੈਰਾੜੀ ਉਹ ਤਿਲੰਗ ਸੂਹੀ ਛਾਇਓ ਹੈ। ਸਤਿਗੁਰੂ ਜੀ ਨੇ ਰਾਗਾਂ ਰਾਗਣੀਆਂ ਦੇ ਵਿੱਚ ਅੰਮ੍ਰਿਤ ਬਾਣੀ ਉਚਾਰਨ ਕੀਤੀ ਹੈ ਔਰ ਹਰੇਕ ਰਾਗ ਦਾ ਵੱਖ-ਵੱਖ ਸਮਾਂ ਹੈ ਗਾਇਨ ਕਰਨ ਦਾ। ਰਾਗਾਂ ਬਾਰੇ ਜ਼ਿਆਦਾ ਜਾਣਕਾਰੀ ਰਾਗੀ ਜਾਣਦੇ ਆ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ, ਰਾਗ ਜਾਤ ਰਾਗੀ ਜਾਣੈ, ਬੈਰਾਗੈ ਬੈਰਾਗੀ ਜਾਣੈ, ਤਿਆਗੈ ਤਿਆਗੀ ਜਾਣੈ। ਕਹਿੰਦੇ ਰਾਗ ਨੂੰ ਕੋਈ ਰਾਗੀ ਜਾਣ ਸਕਦਾ, ਆਮ ਬੰਦਾ ਨਹੀਂ ਜਾਣ ਸਕਦਾ। ਤੇ ਬੈਰਾਗ ਨੂੰ ਕੋਈ ਬੈਰਾਗੀ ਜਾਣ ਸਕਦਾ, ਦੂਜੇ ਨੂੰ ਕੀ ਪਤਾ ਬੈਰਾਗ ਕੀ ਹੁੰਦਾ ਹੈ। ਤੇ ਤਿਆਗ ਨੂੰ ਕੋਈ ਤਿਆਗੀ ਜਾਣ ਸਕਦਾ ਹੈ, ਦੂਸਰਾ ਤੇ ਗੱਲਾਂ ਹੀ ਕਰ ਸਕਦਾ ਉਹਦੀਆਂ। ਜਿਹੜਾ ਤਿਆਗੀ ਹੈ ਉਹ ਤਿਆਗ ਨੂੰ ਜਾਣ ਸਕਦਾ ਹੈ, ਜਿਹੜਾ ਬੈਰਾਗੀ ਹੈ ਉਹ ਬੈਰਾਗ ਨੂੰ ਜਾਣ ਸਕਦਾ ਹੈ, ਤੇ ਜਿਹੜਾ ਰਾਗੀ ਹੈ ਉਹ ਰਾਗ ਨੂੰ ਜਾਣ ਸਕਦਾ ਹੈ ਵੀ ਕਿਹੜਾ ਰਾਗ ਕਿਹੜੇ ਵੇਲੇ ਗਾਇਆ ਜਾਂਦਾ ਹੈ, ਕਿਹੜੀ ਰੁੱਤ ਦਾ ਕਿਹੜਾ ਰਾਗ ਹੈ। ਤਾਂ ਇਹ ਰਾਮ ਕਲੀ ਰਾਗ ਹੈ, ਜੋਗੀਆਂ ਨੇ ਬਹੁਤ ਵਰਤਿਆ ਹੈ ਰਾਮ ਕਲੀ ਰਾਗ। ਰਾਮ ਕਲੀ ਰਾਗ ਦੇ ਅੰਦਰ ਸਤਿਗੁਰੂ ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਬਾਬਤ ਕਲਗੀਧਰ ਪਿਤਾ ਜੀ ਫਰਮਾਉਂਦੇ ਆ, ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਈ। ਸਭ ਥਾਵਾਂ ਤੇ ਸਹਾਈ ਹੋਣ ਵਾਲੇ ਜਿਨ੍ਹਾਂ ਨੂੰ ਸਿਮਰੀਏ ਤੇ ਘਰ ਵਿੱਚ 9 ਨਿਧੀਆਂ ਧਾ ਕੇ ਆ ਜਾਂਦੀਆਂ, ਦੌੜ ਕੇ ਆ ਜਾਂਦੀਆਂ, ਤੇ 9 ਨਿਧੀਆਂ ਨੂੰ ਦੇਣ ਵਾਲਾ ਨਾਮ ਆ ਜਾਂਦਾ ਘਰ ਵਿੱਚ। ਪ੍ਰਭ ਕੈ ਸਿਮਰਨ ਰਿੱਧ ਸਿੱਧ 9 ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਰਿੱਧੀਆਂ ਸਿੱਧੀਆਂ ਨੂੰ ਦੇਣ ਵਾਲਾ ਨਾਮ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਯਾਦ ਕਰੀਏ, ਸਿਮਰੀਏ ਤੇ ਨਾਮ ਪ੍ਰਾਪਤ ਹੋ ਜਾਂਦਾ ਹੈ, 9 ਨਿਧੀਆਂ ਪ੍ਰਾਪਤ ਹੋ ਜਾਂਦੀਆਂ ਹਨ। ਐਸੇ ਗਰੀਬ ਨਵਾਜ ਨਾਵੇਂ ਪਾਤਸ਼ਾਹ ਜਿਨ੍ਹਾਂ ਸਤਿਗੁਰਾਂ ਨੇ ਆਪਣੀ ਰਸਨਾ ਤੋਂ ਜੋ ਅੰਮ੍ਰਿਤ ਬਾਣੀ ਉਚਾਰਨ ਕੀਤੀ ਹੈ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ 59 ਸ਼ਬਦ ਹਨ, ਇੱਕ ਘੱਟ 60 ਤੇ 15 ਰਾਗਾਂ ਵਿੱਚ ਹਨ। ਗੌੜੀ ਰਾਗ ਤੋਂ ਲੈ ਕੇ ਜੈਜਾਵੰਤੀ ਤੱਕ ਵੱਖ-ਵੱਖ ਰਾਗਾਂ ਦੇ ਵਿੱਚ 15 ਰਾਗਾਂ ਵਿੱਚ ਸਤਿਗੁਰੂ ਨਾਵੇਂ ਪਾਤਸ਼ਾਹ ਦੀ ਬਾਣੀ ਹੈ। ਭੋਗ ਦੇ 57 ਸ਼ਲੋਕ ਹਨ। ਸੋ ਗਰੀਬ ਨਵਾਜ ਸਾਹਿਬ ਜੀ ਮਹਾਰਾਜ ਆਪਣੀ ਪਵਿੱਤਰ ਰਸਨਾ ਤੋਂ ਫਰਮਾਉਂਦੇ ਹਨ, ਸਾਧੋ ਕੌਣ ਜੁਗਤ ਅਬ ਕੀਜੈ। ਹੇ ਸਾਧੂ ਜਨੋ, ਹੇ ਗੁਰਮੁਖੋ ਗੁਰਸਿੱਖੋ, ਕੌਣ ਜੁਗਤ ਅਬ ਕੀਜੈ। ਹੁਣ ਕਿਹੜੀ ਜੁਗਤੀ ਕੀਤੀ ਜਾਵੇ। ਜੁਗਤ ਦਾ ਅਰਥ ਹੈ ਢੰਗ, ਤਰੀਕਾ, ਵਿਧੀ, ਤੇ ਸਾਧੂ ਦਾ ਅਰਥ ਹੈ ਸਾਧੂ ਭਲੇ ਪੁਰਸ਼, ਤਨ ਦੀ ਸਾਧਨਾ ਕਰਨ ਵਾਲੇ, ਮਨ ਦੀ ਸਾਧਨਾ ਕਰਨ ਵਾਲੇ। ਗੁਰਬਾਣੀ ਦੇ ਅੰਦਰ ਸਤਿਗੁਰੂ ਜੀ ਜਦੋਂ ਆਪਣੀ ਰਸਨਾ ਤੋਂ ਪਵਿੱਤਰ ਉਪਦੇਸ਼ ਬਖਸ਼ਦੇ ਆ ਤੇ ਮਹਾਰਾਜ ਗੁਰਸਿੱਖ ਕਹਿ ਕੇ ਵੀ ਸੰਬੋਧਨ ਹੁੰਦੇ ਆ, ਗੁਰਮੁਖ ਕਹਿ ਕੇ ਵੀ ਸਤਿਗੁਰੂ ਜੀ ਸੰਬੋਧਨ ਕਰਦੇ ਹਨ, ਤੇ ਸੰਤ ਕਹਿ ਕੇ ਵੀ ਸੰਬੋਧਨ ਹੁੰਦੇ ਆ, ਤੇ ਸਾਧੂ ਕਹਿ ਕੇ ਵੀ ਮਹਾਰਾਜ ਸਾਹਿਬ ਜੀ ਉਪਦੇਸ਼ ਦਿੰਦੇ। ਜਿਵੇਂ ਤੀਜੇ ਪਾਤਸ਼ਾਹ ਜੀ ਮਹਾਰਾਜ
ਆਵਾਜ਼ ਮਾਰਦੇ ਆ ਤੇ ਉਹ ਕਹਿੰਦੇ ਹਨ, ਆਵੋ। ਗਰੀਬ ਨਵਾਜ ਸਾਹਿਬ ਜੀ ਗੁਰਸਿੱਖਾਂ ਨੂੰ ਕਹਿੰਦੇ ਹਨ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਇਸੇ ਤਰ੍ਹਾਂ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਆਵੋ ਸੰਤ ਪਿਆਰਿਓ, ਅਕਥ ਕੀ ਕਰਹਿ ਕਹਾਣੀ। ਹੇ ਪਿਆਰਿਓ ਸੰਤੋ, ਹੁਣ ਇੱਕ ਵਾਸਤੇ ਇਹ ਅੱਖਰ ਨਹੀਂ ਮਹਾਰਾਜ ਵਰਤਦੇ ਵੀ ਕਿਸੇ ਇੱਕ ਵਾਸਤੇ ਹੀ ਵਰਤਦੇ, ਇਹ ਸਾਰੀ ਸੰਗਤ ਵਾਸਤੇ ਮਹਾਰਾਜ ਸਾਹਿਬ ਜੀ ਵਰਤਦੇ, ਕਿਉਂਕਿ ਗੁਰੂ ਕਾ ਸਿਧਾਂਤ ਹੈ, ਗੁਰੂ ਕਾ ਉਪਦੇਸ਼ ਹੈ ਕਿ ਭਾਈ ਤੁਸੀਂ ਸਾਰਿਆਂ ਨੇ ਸਾਧੂ ਬਣਨਾ ਹੈ, ਸਾਰਿਆਂ ਨੇ ਸੰਤ ਬਣਨਾ ਹੈ। ਇਹ ਮਾਰਗ ਹੀ ਸੰਤ ਕਾ ਮਾਰਗ ਹੈ, ਇਹ ਮਾਰਗ ਹੀ ਧਰਮ ਕੀ ਪੌੜੀ ਹੈ। ਕਈ ਵਾਰੀ ਬੰਦਾ ਸੁਭਾਵਿਕ ਹੀ ਕਹਿ ਦਿੰਦਾ ਨਾ, ਮੈਂ ਕਿਹੜਾ ਸਾਧੂ ਹਾਂ ਜੀ, ਮੈਂ ਕਿਹੜਾ ਸੰਤ ਹਾਂ ਜੀ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਾਂ ਕਹਿੰਦੇ ਆ ਵੀ ਭਾਈ ਤੁਸੀਂ ਸਾਰੇ ਸਾਧੂ ਬਣੋ, ਤੁਸੀਂ ਸਾਰੇ ਸੰਤ ਬਣੋ। ਆਵੋ ਸੰਤ ਪਿਆਰਿਓ, ਸਾਰੇ ਜਗਿਆਸੂਆਂ ਨੂੰ ਮਹਾਰਾਜ ਆਵਾਜ਼ ਮਾਰ ਕੇ ਇਹ ਗੱਲ ਕਹਿੰਦੇ। ਅਕਥ ਕੀ ਕਰਹਿ ਕਹਾਣੀ, ਆਓ ਪਿਆਰਿਓ ਗੁਰਸਿੱਖੋ, ਆਓ ਸੰਤੋ, ਆਓ ਸਾਧੂਓ। ਅਕਥ ਜਿਹੜਾ ਕਥਨ ਨਹੀਂ ਕੀਤਾ ਜਾ ਸਕਦਾ, ਉਹਦੀ ਕਥਾ ਕਰੀਏ। ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌਪ ਗੁਰ ਕੋ, ਹੁਕਮ ਮੰਨਿਐ ਪਾਈਐ। ਕਿਉਂਕਿ ਮਹਾਰਾਜ ਸਾਹਿਬ ਜੀ ਕਹਿ ਰਹੇ ਆ ਵੀ ਕਿਵੇਂ ਪ੍ਰਾਪਤੀ ਕਰਨੀ ਹੈ। ਤਨ ਮਨ ਧਨ ਸਭ ਸੌਪ ਗੁਰ ਕੋ, ਸਾਰਾ ਕੁਝ ਗੁਰੂ ਸਾਹਿਬ ਜੀ ਨੂੰ ਸੌਂਪ ਕਰਕੇ, ਸਾਰਾ ਕੁਝ ਗੁਰੂ ਸਾਹਿਬ ਜੀ ਦਾ ਸਮਝ ਕਰਕੇ। ਸੌਂਪਣਾ ਕੀ ਹੈ? ਸਮਝਣਾ ਹੀ ਹੈ ਵੀ ਇਹ ਤਨ ਵੀ ਗੁਰੂ ਸਾਹਿਬ ਦਾ ਦਿੱਤਾ ਹੋਇਆ, ਮਨ ਵੀ ਗੁਰੂ ਸਾਹਿਬ ਨੇ ਦਿੱਤਾ ਹੈ, ਧਨ ਵੀ ਉਹਦਾ ਦਿੱਤਾ ਹੋਇਆ ਹੈ, ਤੇ ਹਰ ਵੇਲੇ ਸ਼ੁਕਰ ਵਿੱਚ ਰਹਿਣਾ। ਹੋਰ ਗੁਰੂ ਨੂੰ ਕੋਈ ਕੀ ਦੇ ਸਕਦਾ ਹੈ? ਗੁਰੂ ਤੇ ਆਪ ਦਾਤਾ ਹੈ, ਗੁਰੂ ਭਿਖਾਰੀ ਨਹੀਂ ਹੈ, ਗੁਰੂ ਦਾਤਾ ਹੈ, ਜਗਤ ਭਿਖਾਰੀ ਹੈ। ਤੇ ਜਿੱਥੇ ਦੇਣ ਦੀ ਗੱਲ ਆਉਂਦੀ ਹੈ, ਉੱਥੇ ਦੇਣ ਤੋਂ ਭਾਵ ਇਹ ਹੈ ਵੀ ਸਾਡੀ ਮੈਂ ਮਰ ਜਾਵੇ, ਸਾਡਾ ਹੰਕਾਰ ਖਤਮ ਹੋ ਜਾਵੇ, ਮੈਂ ਮੇਰੀ ਮੁੱਕ ਜਾਵੇ, ਤੇ ਤੂੰ ਤੇ ਤੇਰਾ ਆਰੰਭ ਹੋ ਜਾਵੇ। ਜੋ ਇਸ ਧਰਤੀ ਤੋਂ ਬਾਬਾ ਜੀ ਨੇ ਸਿਧਾਂਤ ਦਿੱਤਾ ਸੀ, ਜਦੋਂ ਤਕੜੀ ਭਰ ਕੇ ਮਾਰੇ ਝੋਲੀਆਂ ਭਰਦੇ ਸੀ ਨਾ, ਸ਼ਾਬਾ ਭਰ ਕੇ ਤਕੜੀ ਦਾ, ਤੇ ਉਦੋਂ ਮਹਾਰਾਜ ਕਹਿੰਦੇ ਸੀ ਵੀ ਤੇਰਾ 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 ਤੇਰਾ, ਝੋਲੀਆਂ ਭਰੀ ਜਾਂਦੇ ਆ ਮੋਦੀਖਾਨੇ ਵਿੱਚ ਬੈਠੇ ਹੋਏ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਹੱਟ ਸਾਹਿਬ ਸੋਭਾ ਪਾਉਂਦਾ ਹੈ। ਸੌਂਪਣ ਤੋਂ ਭਾਵ ਇਹ ਹੈ ਵੀ ਸਮਝਣਾ ਹੈ ਵੀ ਸਭ ਕੁਝ ਸਤਿਗੁਰੂ ਤੇਰਾ ਹੀ ਹੈ। ਅੰਦਰੋਂ ਮੈਂ ਮੁੱਕੇ, ਅੰਦਰੋਂ ਮੇਰੀ ਮੁੱਕੇ, ਕਿਉਂਕਿ ਬੰਦਾ ਤੇ ਹਰ ਇੱਕ ਗੱਲ ਤੇ ਮੇਰੀ ਕਰਦਾ ਹੈ ਨਾ, ਮਮਤਾ ਹੀ ਕਰਦਾ ਹੈ ਨਾ। ਕਹਿੰਦਾ ਵੀ ਆ ਵੀ ਮੇਰਾ, ਆ ਵੀ ਮੇਰਾ, ਆ ਵੀ ਮੇਰਾ। ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਅਸਲ ਵਿੱਚ ਕੁਝ ਵੀ ਨਹੀਂ ਤੇਰਾ ਹੈ, ਸਭ ਕੁਝ ਵਾਹਿਗੁਰੂ ਦਾ ਹੈ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ, ਤਿਨ ਹੀ ਸੁਣਿਆ ਦੁੱਖ ਸੁਖ ਮੇਰਾ, ਤੋ ਬਿਦ ਨੀਕੀ ਖਟਾਨੀ। ਤਾਂ ਮਹਾਰਾਜ ਸਾਹਿਬ ਕਹਿੰਦੇ ਆ ਕਿ ਭਾਈ ਤਨ ਮਨ ਧਨ ਸਭ ਸੌਂਪ ਗੁਰ ਕੋ, ਇਹ ਸਾਰਾ ਕੁਝ ਸੌਂਪ ਕੇ ਫਿਰ ਵੀ ਹੁਕਮ ਮੰਨਣਾ ਹੈ। ਫਿਰ ਵੀ ਇਹ ਨਹੀਂ ਕਿਹਾ ਜਾ ਸਕਦਾ ਵੀ ਮੈਂ ਗੁਰੂ ਸਾਹਿਬ ਨੂੰ ਧਨ ਦਿੱਤਾ ਹੈ, ਤਨ ਦਿੱਤਾ ਹੈ, ਮੈਂ ਆਪਣਾ ਮਨ ਦਿੱਤਾ ਹੈ। ਫਿਰ ਆਪਣਤ ਤਾਂ ਉੱਥੇ ਰਹਿ ਹੀ ਨਹੀਂ ਜਾਂਦੀ ਹੈ। ਜਿਹੜੀ ਚੀਜ਼ ਦੇ ਦਿੱਤੀ ਜਾਵੇ ਉਹਦੇ ਤੇ ਆਪਣਾ ਤੇ ਹੱਕ ਰਹਿ ਹੀ ਨਹੀਂ ਜਾਂਦਾ ਹੈ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਫਿਰ ਵੀ ਹੁਕਮ ਮੰਨਣਾ ਪੈਣਾ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਐ ਪਾਈਐ, ਹੁਕਮ ਮੰਨੇ ਹੋ ਗੁਰੂ ਕੇਰਾ, ਗਾਵਹੁ ਸੱਚੀ ਬਾਣੀ, ਕਹੈ ਨਾਨਕ ਸੁਣਹੁ ਸੰਤਹੁ, ਕਥਿਓ ਅਕਥ ਕਹਾਣੀ। ਇੱਥੇ ਮਹਾਰਾਜ ਨੇ ਸੰਤ ਕਹਿ ਕੇ ਆਵਾਜ਼ ਮਾਰੀ ਹੈ ਵੀ ਆਓ ਅਕਥ ਦੀ ਕਥਾ ਕਰੀਏ।
ਤੇ ਕਿਤੇ ਸਿੱਖ ਕਹਿ ਕੇ ਆਖਿਆ ਆਓ ਸੱਚੀ ਬਾਣੀ ਗਾਈਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ੍ਹਾਂ ਦੇ ਅੰਦਰ ਆਸਾ ਜਾਗੀ ਹੈ ਪ੍ਰਭੂ ਦੇ ਮਿਲਾਪ ਦੀ, ਜਗਿਆਸੂ, ਤਾਂ ਇੱਥੇ ਸਤਿਗੁਰੂ ਨਾਵੇਂ ਪਾਤਸ਼ਾਹ ਸਾਧੋ ਕਹਿ ਕਰਕੇ ਸੰਬੋਧਨ ਕਰਦੇ। ਸਾਧੋ ਕੌਣ ਜੁਗਤ ਅਬ ਕੀਜੈ, ਹੇ ਭਲੇ ਪੁਰਸ਼ੋ, ਹੇ ਧਾਰਮਿਕ ਮਾਰਗ ਦੇ ਪਾਂਧੀਓ, ਸਾਧੂ ਜਨੋ, ਤਨ ਦੀ ਸਾਧਨਾ ਕਰਨ ਵਾਲਿਓ, ਮਨ ਦੀ ਸਾਧਨਾ ਕਰਨ ਵਾਲੇ ਗੁਰਸਿੱਖੋ, ਕੌਣ ਜੁਗਤ ਅਬ ਕੀਜੈ। ਉਹ ਕਿਹੜੀ ਜੁਗਤੀ ਹੁਣ ਕੀਤੀ ਜਾਵੇ, ਉਹ ਕਿਹੜਾ ਢੰਗ ਤਰੀਕਾ ਵਰਤਿਆ ਜਾਵੇ। ਜਾਤੇ ਦੁਰਮਤ ਸਗਲ ਵਿਨਾਸੈ, ਜਿਸ ਕਰਕੇ ਜਿਸ ਜੁਗਤ ਦੇ ਨਾਲ ਸਾਰੀ ਦੁਰਮਤ ਵਿਨਾਸ਼ ਹੋ ਜਾਵੇ, ਖਤਮ ਹੋ ਜਾਵੇ। ਕਿਉਂਕਿ ਅੰਦਰ ਦੁਰਮਤ ਆਈ ਹੋਈ ਹੈ। ਗੁਰਬਾਣੀ ਦੇ ਵਿੱਚ ਮਤ ਦਾ ਜ਼ਿਕਰ ਹੈ, ਮਨ ਮਤ ਦਾ ਜ਼ਿਕਰ ਹੈ, ਦੁਰਮਤ ਦਾ ਜ਼ਿਕਰ ਹੈ, ਕੁਮਤ ਦਾ ਜ਼ਿਕਰ ਹੈ, ਤੇ ਫਿਰ ਸੁਮਤ ਦਾ ਜ਼ਿਕਰ ਹੈ, ਗੁਰਮਤ ਦਾ ਜ਼ਿਕਰ ਹੈ। ਇੱਕ ਹੈ ਮਨ ਮਤ, ਮਨ ਦੀ ਮਰਜ਼ੀ, ਮਨ ਦੀ ਮਤ। ਇੱਕ ਹੈ ਕੱਕੇ ਨਾਲ ਕੁਮਤ, ਜਿਵੇਂ ਬਚਨ ਆਉਂਦਾ ਨਾ ਮਹਾਰਾਜ ਸਾਹਿਬ ਜੀ ਦਾ, ਮਨ ਰੇ ਕੌਣ ਕੁਮਤ ਤੈ ਲੀਨੀ, ਉੱਥੇ ਕੱਕੇ ਨਾਲ ਹੈ ਕੁਮਤ, ਵੀ ਇਹ ਮਨਾ ਤੂੰ ਕਿਹੜੀ ਖੋਟੀ ਮਤ ਧਾਰਨ ਕਰ ਲਈ। ਤੇ ਇਸੇ ਤਰ੍ਹਾਂ ਗਰੀਬ ਨਵਾਜ ਸਾਹਿਬ ਜੀ ਨੇ ਫਿਰ ਗੁਰਮਤ ਆਖਿਆ ਵੀ ਮਨ ਦੀ ਮਤ ਛੱਡ ਕੇ ਗੁਰੂ ਦੀ ਮਤ ਲੈ। ਇੱਥੇ ਦੱਦੇ ਨਾਲ ਮਹਾਰਾਜ ਸਾਹਿਬ ਜੀ ਕਹਿ ਰਹੇ ਦੁਰਮਤ, ਭਾਵ ਜਿਹੜੀ ਦੁਰੇ ਦੁਰੇ ਕਰਾਉਣ ਵਾਲੀ ਹੈ, ਭੈੜੀ ਮਤ ਹੈ, ਜਿਹੜੀ ਭੈੜੀ ਅਕਲ ਹੈ, ਉਹ ਭੈੜੀ ਮਤ ਜੀਵ ਨੇ ਧਾਰਨ ਕੀਤੀ ਹੋਈ ਹੈ। ਤੇ ਸਤਿਗੁਰੂ ਕਹਿੰਦੇ ਉਹ ਕਿਹੜੀ ਜੁਗਤ ਵਰਤੀ ਜਾਵੇ, ਭਲੇ ਪੁਰਸ਼ੋ ਸਾਧੂ ਜਨੋ, ਜਿਸ ਕਰਕੇ ਦੁਰਮਤ ਸਗਲ ਵਿਨਾਸੈ, ਸਾਰੀ ਦੁਰਮਤ ਜਿਹੜੀ ਉਹ ਅੰਦਰੋਂ ਖਤਮ ਹੋ ਜਾਵੇ। ਤੇ ਦੁਰਮਤ ਕੀ ਕਰਾਉਂਦੀ ਹੈ? ਦੁਰਮਤ ਝੂਠ ਬੋਲਣ ਲਾਉਂਦੀ ਹੈ, ਦੁਰਮਤ ਨਿੰਦਿਆ ਕਰਨ ਲਾਉਂਦੀ ਹੈ। ਦੁਰਮਤ ਮਾੜੀ ਮਤ, ਜਦੋਂ ਮਾੜੀ ਮਤ ਆ ਜਾਵੇ, ਭੈੜੀ ਮਤ ਆ ਜਾਵੇ, ਤੇ ਭੈੜੀ ਸੰਗਤ ਦੇ ਵਿੱਚੋਂ ਮਹਾਰਾਜ ਕਹਿੰਦੇ ਭੈੜੀ ਮਤ ਮਿਲਦੀ ਹੈ। ਉਸ ਨੂੰ ਗੁਰਬਾਣੀ ਵਿੱਚ ਕੁਸੰਗਤ ਆਖਿਆ ਹੈ, ਕਿਉਂਕਿ ਸੰਗਤ ਬਾਰੇ ਜਦੋਂ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ, ਆਖਿਆ ਇੱਕ ਸੰਗਤ ਹੈ, ਇੱਕ ਕੁਸੰਗਤ ਹੈ, ਤੇ ਇੱਕ ਸਾਧ ਸੰਗਤ ਹੈ, ਸਤ ਸੰਗਤ ਹੈ। ਸਾਧ ਸੰਗਤ ਕਰਨੀ ਹੈ, ਸਤ ਸੰਗਤ ਕਰਨੀ ਹੈ, ਪਰ ਜਿਹੜੀ ਕੁਸੰਗਤ ਹੈ ਉਹ ਨਹੀਂ ਕਰਨੀ, ਜਿਸ ਨੂੰ ਗੁਰਬਾਣੀ ਚ ਆਖਿਆ ਸਾਖਤਾਂ ਦੀ ਸੰਗਤ, ਮਨਮੁਖਾਂ ਦੀ ਸੰਗਤ। ਉਥੋਂ ਫਿਰ ਮਿਲਦੀ ਹੈ ਦੁਰਮਤ, ਮਾੜੀ ਮਤ, ਨਸ਼ੇ ਖਾਣ ਵਾਲੀ, ਵਿਸ਼ੇ ਭੋਗਣ ਵਾਲੀ, ਔਗਣ ਕਰਨ ਵਾਲੀ, ਪਾਪ ਕਰਨ ਵਾਲੀ, ਝੂਠ, ਨਿੰਦਿਆ, ਈਰਖਾ, ਚੁਗਲੀ, ਬਖੀਲੀ, ਇਹ ਸਭ ਕੁਝ ਭੈੜੀ ਸੰਗਤ ਵਿੱਚੋਂ ਹੀ ਭੈੜੀ ਮਤ ਮਿਲਦੀ ਹੈ। ਤਾਂ ਹੀ ਭਗਤ ਕਬੀਰ ਸਾਹਿਬ ਜੀ ਨੇ ਆਖਿਆ, ਕਬੀਰ ਸਾਖਤ ਸੰਗ ਨਾ ਕੀਜੀਐ, ਦੂਰ ਰਹਿ ਜਾਈਐ ਭਾਗ। ਕਹਿੰਦੇ ਸਾਖਤ ਦੀ ਸੰਗਤ ਨਾ ਕਰੀਏ, ਦੂਰੋਂ ਹੀ ਭੱਜ ਜਾਈਏ, ਦੂਰੋਂ ਹੀ ਦੌੜ ਜਾਈਏ। ਭਗਤ ਜੀ ਇੰਨੀ ਸਖਤੀ ਕਿਉਂ ਕਰਦੇ ਹੋ, ਇੰਨੀ ਤਾੜਨਾ ਕਿਉਂ ਕਰਦੇ ਹੋ ਵੀ ਸਾਖਤ ਦੇ ਨੇੜੇ ਨਹੀਂ ਜਾਣਾ ਚਾਹੀਦਾ, ਦੂਰੋਂ ਹੀ ਭੱਜ ਜਾਓ। ਜੇ ਨੇੜੇ ਚਲੇ ਗਏ ਤਾਂ ਕੀ ਹੋ ਜਾਵੇਗਾ? ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਆ, ਜੇ ਕਾਲੇ ਭਾਂਡੇ ਦੇ ਲਾਗੇ ਜਾਈਏ ਤੇ ਚਿੱਟੇ ਬਸਤਰਾਂ ਨੂੰ ਦਾਗ ਲੱਗ ਹੀ ਜਾਂਦਾ, ਕੋਈ ਨਾ ਕੋਈ ਧੱਬਾ ਲੱਗ ਹੀ ਜਾਂਦਾ ਹੈ। ਇਸ ਕਰਕੇ ਭਾਈ ਕਬੀਰ ਸਾਖਤ ਸੰਗ ਨਾ ਕੀਜੀਐ, ਦੂਰ ਰਹਿ ਜਾਈਏ ਭਾਗ। ਬਾਸਨ ਕਾਰੋ ਪਰਸੀਐ, ਤਉ ਕਛ ਲਾਗੈ ਦਾਗ। ਕਾਲੇ ਬਰਤਨ ਦੇ ਨਾਲੋਂ ਦਾਗ ਲੱਗ ਜਾਵੇਗਾ ਸਪਰਸ਼ ਕੀਤਿਆਂ।
ਤਾਂ ਗਰੀਬ ਨਵਾਜ ਸਾਹਿਬ ਜੀ ਨੇ ਆਖਿਆ ਹੈ ਵੀ ਹੇ ਭਲੇ ਪੁਰਸ਼ੋ, ਕਿਹੜਾ ਢੰਗ ਵਰਤਿਆ ਜਾਵੇ, ਜਿਸ ਕਰਕੇ ਇਹ ਦੁਰਮਤ, ਮਾੜੀ ਮਤ, ਭੈੜੀ ਮਤ ਸਾਰੀ ਜਿਹੜੀ ਹੈ ਖਤਮ ਹੋ ਜਾਵੇ। ਰਾਮ ਭਗਤ ਮਨ ਭੀਜੈ। ਤੇ ਰਾਮ ਦੀ ਭਗਤੀ ਦੇ ਵਿੱਚ ਮਨ ਲੱਗ ਜਾਵੇ, ਮਨ ਜੁੜ ਜਾਵੇ। ਭੀਜੈ ਦਾ ਅਰਥ ਹੈ ਮਨ ਭਿੱਜ ਜਾਵੇ, ਵੀ ਚੰਗੀ ਤਰ੍ਹਾਂ ਲੀਨ ਹੋ ਜਾਵੇ। ਭਿੱਜਣਾ ਉਦੋਂ ਹੀ ਹੁੰਦਾ ਹੈ ਜਿਵੇਂ ਸਰੋਵਰ ਦੇ ਵਿੱਚ ਚੰਗੀ ਤਰ੍ਹਾਂ ਵਿੱਚ ਵੜ ਕਰਕੇ ਡੁਬਕੀ ਲਾਈਏ, ਇਸ਼ਨਾਨ ਕਰੀਏ ਤੇ ਫਿਰ ਪੂਰਾ ਭਿੱਜੀਦਾ ਹੈ। ਤੇ ਰਾਮ ਦੀ ਭਗਤੀ ਵਿੱਚ ਵੀ ਚੰਗੀ ਤਰ੍ਹਾਂ ਵਿੱਚ ਡੁੱਬੀਏ ਤੇ ਫਿਰ ਭਿੱਜੀਦਾ ਹੈ, ਮਨ ਭਿੱਜ ਜਾਵੇ। ਪ੍ਰਭੂ ਦੀ ਭਗਤੀ 'ਚ ਮਨ ਭਿੱਜ ਜਾਵੇ। ਉਹ ਕਿਹੜਾ ਢੰਗ ਹੈ ਜਿਸ ਨੂੰ ਕਰਨ ਦੇ ਨਾਲ ਪ੍ਰਭੂ ਭਗਤੀ ਦੇ ਵਿੱਚ ਮਨ ਭਿੱਜ ਜਾਵੇ, ਮਨ ਪ੍ਰਸੰਨ ਹੋ ਕਰਕੇ ਵਾਹਿਗੁਰੂ ਜੀ ਦੀ ਭਗਤੀ ਕਰਨ ਲੱਗ ਪਵੇ। ਇੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਲੱਗੀ ਹੋਈ ਹੈ, ਜਿਹਦਾ ਅਰਥ ਭਗਤੀ ਬਣਦਾ ਹੈ। ਸਾਧ ਸੰਗਤ ਜੀ, ਗੁਰੂ ਕੀ ਬਾਣੀ ਵਿੱਚ ਭਗਤ ਪਦ ਕਈਆਂ ਰੂਪਾਂ ਵਿੱਚ ਆਉਂਦਾ ਹੈ, ਜਿਵੇਂ ਭੱਬਾ, ਗੱਗਾ ਤੇ ਤੱਤਾ ਮੁਕਤਾ ਵੀ ਆਉਂਦਾ ਹੈ। ਭੱਬਾ, ਗੱਗਾ ਤੇ ਤੱਤੇ ਨੂੰ ਔਂਕੜ ਵੀ ਆਉਂਦਾ ਹੈ, ਤੇ ਇਹ ਰੂਪ ਵੀ ਆਉਂਦਾ ਹੈ ਭੱਬਾ, ਗੱਗਾ ਤੇ ਤੱਤੇ ਨੂੰ ਸਿਹਾਰੀ ਨਾਲ। ਇੱਥੇ ਸਿਹਾਰੀ ਨਾਲ ਆਇਆ ਹੈ, ਜਿਹਦਾ ਅਰਥ ਹੈ ਭਗਤੀ। ਰਾਮ ਭਗਤ ਮਨ ਭੀਜੈ। ਰਾਮ ਜੋ ਸਰਬ ਵਿਆਪਕ ਹੈ, ਸਭ ਥਾਵਾਂ ਤੇ ਰਮਿਆ ਹੋਇਆ ਹੈ, ਉਹਦੀ ਭਗਤੀ ਦੇ ਵਿੱਚ ਮਨ ਭਿੱਜ ਜਾਵੇ। ਭਗਤੀ ਉਂਝ ਸਾਧ ਸੰਗਤ ਜੀ ਅਸੰਖ ਤਰ੍ਹਾਂ ਦੀ ਹੈ, ਅਣਗਿਣਤ ਤਰ੍ਹਾਂ ਦੀ ਭਗਤੀ ਹੈ। ਭਗਤੀ ਕੋਈ ਇੱਕ ਤਰ੍ਹਾਂ ਦੀ ਨਹੀਂ ਹੈ, ਪਰ ਮੁੱਖ ਤੌਰ ਤੇ ਮਹਾਂਪੁਰਖਾਂ ਗੁਰਮੁਖਾਂ ਨੇ 9 ਪ੍ਰਕਾਰ ਦੀ ਭਗਤੀ ਦਾ ਜ਼ਿਕਰ ਕੀਤਾ ਹੈ। 9 ਪ੍ਰਕਾਰ ਦੀ ਭਗਤੀ। ਭਗਤੀ ਦਾ ਕੋਈ ਇੱਕ ਹੀ ਪ੍ਰਕਾਰ ਨਹੀਂ ਹੈ, ਭਗਤੀ ਦੇ ਅਣਗਿਣਤ ਪ੍ਰਕਾਰ ਹਨ, ਪਰ ਉਹਦੇ ਵਿੱਚੋਂ ਮੁੱਖ ਰੂਪ ਵਿੱਚ 9 ਪ੍ਰਕਾਰ ਦੀ ਭਗਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਜ਼ਿਕਰ ਆਇਆ ਭਗਤ ਨਵੈ ਪ੍ਰਕਾਰਾ, ਵੀ 9 ਪ੍ਰਕਾਰ ਦੀ ਭਗਤੀ ਹੈ। ਤੇ ਉਹ 9 ਪ੍ਰਕਾਰ ਦੀ ਕਿਹੜੀ ਹੈ, ਉਹਦੇ ਬਾਬਤ ਗੁਰਮੁਖਾਂ ਨੇ ਕਿਹਾ ਸਰਵਣ। ਪਹਿਲੇ ਪ੍ਰਕਾਰ ਦੀ ਭਗਤੀ ਜਿਹੜੀ ਹੈ ਉਹ ਸੁਣਨਾ ਹੈ। ਇਹ ਭਗਤੀ ਦੇ ਵਿੱਚ ਆਉਂਦਾ ਹੈ। ਅਸੀਂ ਨਾਮ ਸੁਣਦੇ ਹਾਂ, ਗੁਰਬਾਣੀ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਗੁਰਬਾਣੀ ਦੀ ਵਿਚਾਰ ਕਥਾ ਸੁਣਦੇ ਹਾਂ, ਇਤਿਹਾਸ ਦੀ ਵਿਚਾਰ ਸੁਣਦੇ ਹਾਂ। ਇਹ ਸੁਣਨਾ ਪਹਿਲੇ ਪ੍ਰਕਾਰ ਦੀ ਭਗਤੀ ਹੈ ਸਾਧ ਸੰਗਤ ਜੀ। ਤੇ ਸੁਣਨ ਦਾ ਮਹਾਤਮ ਬਹੁਤ ਜ਼ਿਆਦਾ ਕਥਨ ਕੀਤਾ ਹੈ। ਆਪਾਂ ਸੁਭਾਵਿਕ ਵੇਖੀਏ ਨਾ, ਤੇ ਵਾਹਿਗੁਰੂ ਨੇ ਸਾਡਾ ਸਰੀਰ ਪੈਦਾ ਕੀਤਾ ਤੇ ਸਾਨੂੰ ਰਸਨਾ, ਸਾਨੂੰ ਜੀਭ ਇੱਕ ਦਿੱਤੀ ਆ, ਸਾਨੂੰ ਕੰਨ 2 ਦਿੱਤੇ। ਵਾਹਿਗੁਰੂ ਨੇ ਜੀਭਾਂ 2 ਨਹੀਂ ਦਿੱਤੀਆਂ। ਇਹ ਰਸਨਾ ਇੱਕ ਦਿੱਤੀ ਆ ਤੇ ਕੰਨ 2 ਦਿੱਤੇ ਆ। ਇਹਦਾ ਭਾਵ ਸੁਭਾਵਿਕ ਹੀ ਸੋਚੀਏ ਤੇ ਇਹ ਬਣਦਾ ਹੈ ਵੀ ਰੱਬ ਨੇ ਬੰਦਿਆ ਤੈਨੂੰ ਕੰਨ 2 ਦਿੱਤੇ ਆ। ਰੱਬ ਕਹਿੰਦਾ ਹੈ ਵੀ ਬੋਲ ਘੱਟ ਤੇ ਸੁਣ ਜ਼ਿਆਦਾ। ਬੋਲ ਘੱਟ ਤੇ ਸੁਣ ਜ਼ਿਆਦਾ, ਕਿਉਂਕਿ ਕੰਨ 2 ਜੋ ਦਿੱਤੇ ਉਹਨੇ, ਜੀਭ ਇੱਕ ਦਿੱਤੀ ਆ। ਵੀ ਵੱਧ ਸੁਣ। ਤੇ ਸੁਣਨਾ ਪਹਿਲੇ ਪ੍ਰਕਾਰ ਦੀ ਭਗਤੀ ਹੈ। ਤੇ ਸਤਿਗੁਰੂ ਜੀ ਨੇ ਦੱਸਿਆ ਵੀ ਸੁਣਨਾ ਕੀ ਹੈ, ਇਹ ਵੀ ਦੱਸਿਆ। ਇਹ ਸ਼ਰਵਣਹੁ ਮੇਰੇ ਹੋ, ਸਾਚੈ ਸੁਣਨੈ ਨੋ ਪਠਾਏ। ਸਾਚੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣਹੁ ਸਤ ਬਾਣੀ। ਜਿਤ ਸੁਣੀ ਮਨ ਤਨ ਹਰਿਆ ਹੋਆ। ਆਖਿਆ ਸੱਚ ਸੁਣ। ਸੱਚ ਕੀ ਹੈ? ਪਰਮੇਸ਼ਰ। ਬਾਕੀ ਤੇ ਸਭ ਕੁਝ ਝੂਠ ਹੀ ਹੈ, ਸੱਚ ਤਾਂ ਪਰਮੇਸ਼ਰ ਹੀ ਹੈ। ਤੇ ਪਰਮੇਸ਼ਰ ਵਿੱਚ ਤੇ ਉਹਦੇ ਨਾਮ ਵਿੱਚ ਕੋਈ ਫਰਕ ਨਹੀਂ ਹੈ। ਸਗੋਂ ਪਰਮੇਸ਼ਰ ਵਾਹਿਗੁਰੂ ਜੀ ਨੇ ਆਪਣੇ ਨਾਮ ਨੂੰ ਆਪਣੇ ਨਾਲੋਂ ਵੱਡਾ ਦੱਸਿਆ ਹੈ। ਵਾਹਿਗੁਰੂ ਜੀ ਦੇ ਨਾਮ ਨੂੰ ਜਪ ਜਪ ਕੇ, ਨਾਮ ਨੂੰ ਸੁਣ ਸੁਣ ਕੇ ਵੱਡੇ ਤੋਂ ਵੱਡੇ ਪਾਪੀ ਜਿਹੜੀ ਉਹਨਾਂ ਦੀ ਵੀ ਕਲਿਆਣ ਹੋ ਗਈ। ਜਿਵੇਂ ਇਹ ਜਿਹੜਾ ਸ਼ਬਦ ਚੱਲ ਰਿਹਾ, ਇਹਦੇ ਤੋਂ ਪਹਿਲਾਂ ਜਿਹੜਾ ਕੱਲ ਸ਼ਬਦ ਆਇਆ ਸੀ, ਉਹਦੇ ਚ ਮਹਾਰਾਜ ਨੇ ਅਜਾਮਲ ਦਾ ਜ਼ਿਕਰ ਕੀਤਾ ਸੀ। ਪੁੱਤਰ ਦੇ ਬਹਾਨੇ ਨਾਲ ਜਪਿਆ, ਕੰਨਾਂ ਵਿੱਚ ਆਵਾਜ਼ ਪਈ, ਨਾਮ ਸੁਣਿਆ,
ਅਜਾਮਲ ਕਉ ਅੰਤ ਕਾਲ ਮਹਿ ਨਾਰਾਇਣ ਸੁਧ ਆਈ। ਜਾਂ ਗਤ ਕਉ ਜੋਗੀ ਸੁਰ ਬਾਸ਼ਤ ਸੋ ਗਤ ਛਿਨ ਮਹਿ ਪਾਈ। ਇੱਕ ਛਿਨ ਵਿੱਚ ਉਹ ਅਵਸਥਾ ਪ੍ਰਾਪਤ ਹੋ ਗਈ, ਨਾਮ ਜਪ ਕੇ ਤੇ ਨਾਮ ਸੁਣ ਕੇ, ਭਾਵੇਂ ਪੁੱਤਰ ਦੇ ਬਹਾਨੇ ਨਾਲ ਹੀ ਜਪਿਆ ਤੇ ਸੁਣਿਆ। ਪਰਮੇਸ਼ਰ ਵਾਹਿਗੁਰੂ ਜੀ ਨੇ ਆਪਣੇ ਨਾਲੋਂ ਆਪਣੇ ਨਾਮ ਨੂੰ ਵੱਡਾ ਰੱਖਿਆ ਹੈ। ਜਪਜੀ ਸਾਹਿਬ 'ਚ ਆਪਾਂ ਪੜ੍ਹਦੇ ਹਾਂ, ਉੱਚੇ ਉੱਪਰ ਉੱਚਾ ਨਾਉ। ਉੱਚਾ ਹੈ ਪਰਮੇਸ਼ਰ, ਸਭ ਤੋਂ ਉੱਚਾ ਵਾਹਿਗੁਰੂ ਹੈ। ਪਰ ਉਹਨੇ ਵੀ ਆਖਿਆ, ਪਰਮੇਸ਼ਰ ਨੇ ਆਖਿਆ ਵੀ ਮੇਰੇ ਨਾਲੋਂ ਵੀ ਮੇਰਾ ਨਾਮ ਉੱਚਾ ਹੈ। ਮੇਰੇ ਵੀ ਦਰਸ਼ਨ ਜਿਸ ਨੇ ਪ੍ਰਾਪਤ ਕਰਨੇ, ਉਹ ਮੇਰਾ ਨਾਮ ਜਪੇਗਾ ਤੇ ਤਾਂ ਮੇਰੇ ਤੀਕ ਪਹੁੰਚ ਸਕੇਗਾ। ਵਾਹਿਗੁਰੂ ਜੀ ਦਾ ਨਾਮ ਜਪ ਕੇ, ਨਾਮ ਸੁਣ ਕੇ ਕੋਈ ਵਾਹਿਗੁਰੂ ਜੀ ਤੱਕ ਪਹੁੰਚ ਸਕਦਾ ਹੈ। ਇਸ ਕਰਕੇ ਨਾਮ ਸਾਰੇ ਜਨਮਾਂ ਜਨਮਾਤਰਾਂ ਦੀ ਮੈਲ ਲਾਹੁੰਦਾ ਹੈ। ਨਾਮ ਪਾਪ ਖਤਮ ਕਰਦਾ ਹੈ। ਨਾਮ ਜੀਵ ਦੀ ਕਲਿਆਣ ਕਰਦਾ ਹੈ। ਤਾਂ ਮਹਾਰਾਜ ਸਾਹਿਬ ਜੀ ਨੇ ਸਭ ਤੋਂ ਪਹਿਲੀ ਭਗਤੀ ਜਿਹੜੀ ਉਹ ਸੁਣਨਾ ਆਖਿਆ ਹੈ ਸਾਧ ਸੰਗਤ ਜੀ। ਤੇ ਸੁਣਨਾ ਹੈ ਨਾਮ, ਸੁਣਨਾ ਹੈ ਸੱਚ, ਸੁਣਨਾ ਹੈ ਗੁਰਬਾਣੀ। ਗੁਰਬਾਣੀ ਸਾਰੀ ਸੱਚ ਹੀ ਹੈ। ਸੁਣਨਾ ਹੈ ਪਰਮੇਸ਼ਰ ਨੂੰ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਗੁਰਬਾਣੀ ਪਰਮੇਸ਼ਰ ਹੈ। ਤਿਸ ਜੇਵਡ ਅਵਰ ਨਾ ਕੋਏ, ਵਾਹੋ ਵਾਹੋ ਅਗਮ ਅਥਾਹੋ ਹੈ, ਵਾਹੋ ਵਾਹੋ ਸੱਚਾ ਸੋਏ। ਉਂਝ ਸਾਧ ਸੰਗਤ ਜੀ ਸੁਣਨ ਦਾ ਸੁਭਾਅ, ਕਿਉਂਕਿ ਸਮੇਂ ਦਾ ਪ੍ਰਭਾਵ ਹੁੰਦਾ ਹੈ, ਸੁਣਨ ਦਾ ਸੁਭਾਅ ਘਟਦਾ ਜਾ ਰਿਹਾ ਹੈ, ਸੁਣਾਉਣ ਦਾ ਸੁਭਾਅ ਵੱਧਦਾ ਜਾ ਰਿਹਾ ਹੈ। ਕਦੀ ਸਮਾਂ ਸੀ ਸ੍ਰੀ ਅਖੰਡ ਪਾਠ ਸਾਹਿਬ ਪੁਰਾਣੇ ਬਜ਼ੁਰਗ ਦੱਸਦੇ, ਆਪਣੇ ਵੇਖਣ ਵਿੱਚ ਵੀ ਹੁਣ ਥੋੜ੍ਹੇ ਸਮੇਂ 'ਚ ਵੀ ਬਹੁਤ ਫਰਕ ਪੈ ਗਿਆ। ਪਰ ਪੁਰਾਣੇ ਬਜ਼ੁਰਗ ਤਾਂ ਦੱਸਦੇ, ਕਹਿੰਦੇ ਵੀ ਅਖੰਡ ਪਾਠ ਸਾਹਿਬ ਹੁੰਦਾ ਸੀ ਕਦੇ ਕਦੇ ਹਰੇਕ ਪਿੰਡ ਵਿੱਚ। ਤਾਂ ਮਹਾਰਾਜ ਦਾ ਪ੍ਰਕਾਸ਼ ਨਹੀਂ ਸੀ ਪਿਛਲੇ ਸਮੇਂ। ਦੂਜੇ ਤੀਜੇ ਪਿੰਡ 'ਚੋਂ ਵੀ ਮਹਾਰਾਜ ਸਾਹਿਬ ਜੀ ਦਾ ਪਵਿੱਤਰ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦਾ ਸਵਾਰਾ ਲਿਆਇਆ ਜਾਂਦਾ ਸੀ। ਅਖੰਡ ਪਾਠ ਸਾਹਿਬ ਆਰੰਭ ਹੁੰਦਾ ਸੀ ਤੇ ਸਾਰਾ ਪਿੰਡ ਬਹਿ ਬਹਿ ਕੇ ਸੁਣਦਾ ਸੀ। ਘੱਟੋ ਘੱਟ ਪਰਿਵਾਰ ਦੇ ਮੈਂਬਰ ਤੇ ਸਾਰੇ ਬਹਿ ਕੇ ਸੁਣਦੇ ਸੀ ਨਾ। ਤੇ ਹੁਣ ਅਖੰਡ ਪਾਠ ਸਾਹਿਬ ਤਾਂ ਹੁੰਦਾ ਹੀ ਹੈ, ਪਰ ਸੁਣਦੇ ਕੋਈ ਵਿਰਲੇ ਵਿਰਲੇ ਆ, ਭਾਗਾਂ ਵਾਲੇ ਜਿਨ੍ਹਾਂ ਦੇ ਭਾਗ ਸਾਥ ਦੇਣ। ਤੇ ਸਤਿਗੁਰੂ ਕਿਰਪਾ ਕਰਨ ਤੇ ਸੁਣਨ ਦਾ ਸੁਭਾਅ ਬਣ ਜਾਵੇ, ਗੁਰਬਾਣੀ ਸੁਣੀ ਜਾਵੇ, ਨਾਮ ਸੁਣਿਆ ਜਾਵੇ। ਭਗਤੀ ਦਾ ਜ਼ਿਕਰ ਆ ਰਿਹਾ ਹੈ ਵੀ ਸਭ ਤੋਂ ਪਹਿਲੇ ਪ੍ਰਕਾਰ ਦੀ ਭਗਤੀ ਹੈ ਸੁਣਨਾ। ਜਪਜੀ ਸਾਹਿਬ 'ਚ 4 ਪੌੜੀਆਂ ਸੁਣਨ ਦੀਆਂ ਮਹਾਰਾਜ ਨੇ ਉਚਾਰੀਆਂ, ਸਰਵਣ ਦੇ ਮਹਾਤਮ ਦੀਆਂ। ਵੀ ਜਿਨ੍ਹਾਂ ਨੇ ਪ੍ਰਭੂ ਨੂੰ ਸੁਣਿਆ, ਨਾਮ ਨੂੰ ਸੁਣਿਆ, ਉਹ ਸਿੱਧ ਬਣ ਗਏ, ਪੀਰ ਬਣ ਗਏ। ਉਹਨਾਂ ਨੂੰ ਸਾਰੀ ਸੋਝੀ ਪ੍ਰਾਪਤ ਹੋ ਗਈ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨਾ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਜਿਨ੍ਹਾਂ ਨੇ ਨਾਮ ਸੁਣਿਆ ਉਹਨਾਂ ਦੇ ਦੁੱਖਾਂ ਪਾਪਾਂ ਦਾ ਨਾਸ ਹੋ ਗਿਆ। ਸੁਣਿਆ ਈਸਰ ਬਰਮਾ ਇੰਦ, ਸੁਣਿਆ ਮੁਕਸਾ ਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਿਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਸੁਣਿਆ ਸਤ ਸੰਤੋਖ ਗਿਆਨ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਨਾਮ ਸੁਣਿਆ ਉਹਨਾਂ ਨੂੰ ਸਤ ਪ੍ਰਾਪਤ ਹੋਇਆ, ਉਹਨਾਂ ਦਾ ਉੱਚਾ ਆਚਰਨ ਬਣ ਗਿਆ, ਉਹ ਸਤੀ ਹੋ ਗਏ, ਸਤ ਪ੍ਰਤੱਗੀ ਹੋ ਗਏ। ਉਹਨਾਂ ਨੂੰ ਸੰਤੋਖ ਪ੍ਰਾਪਤ ਹੋ ਗਿਆ, ਉਹਨਾਂ ਨੂੰ ਗਿਆਨ ਪ੍ਰਾਪਤ ਹੋ ਗਿਆ। ਸੁਣਿਆ ਪਰ ਸੁਣਨ ਕਰਕੇ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ 68 ਕਾ ਇਸ਼ਨਾਨ। ਜਿਨ੍ਹਾਂ ਨੇ ਨਾਮ ਸੁਣਿਆ ਉਹਨਾਂ ਨੂੰ 68 ਤੀਰਥਾਂ ਦੇ ਇਸ਼ਨਾਨ ਦਾ ਫਲ ਮਿਲ ਗਿਆ। ਸੁਣਿਆ ਪੜ੍ਹ ਪੜ੍ਹ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵਹਿ ਰਾਹ, ਸੁਣਿਆ ਹਾਥ ਹੋਵੈ ਅਸਗਾਹ, ਨਾਨਕ ਭਗਤਾ ਸਦਾ ਵਿਗਾਸ,
ਸੁਣਿਆ ਦੁਖ ਪਾਪ ਕਾ ਨਾਸ। ਇੱਕ ਬਚਨ ਆਪਾਂ ਆਨੰਦ ਸਾਹਿਬ ਦੇ ਵਿੱਚ ਵੀ ਪੜ੍ਹਦੇ ਹਾਂ ਅਖੀਰ ਤੇ ਜਾ ਕੇ, ਸੁਣਤੇ ਪੁਨੀਤ ਕਹਤੇ ਪਵਿੱਤ। ਪਵਿੱਤ ਦਾ ਅਰਥ ਹੈ ਪਵਿੱਤਰ, ਪੁਨੀਤ ਦਾ ਅਰਥ ਵੀ ਪਵਿੱਤਰ ਹੈ, ਪਰ ਦੋਨਾਂ ਵਿੱਚ ਫਰਕ ਹੈ। ਜਿਹੜਾ ਪਵਿੱਤਰ ਹੈ ਨਾ, ਪੁਨੀਤ ਤੇ ਪਵਿੱਤਰ, ਮਹਾਰਾਜ ਸਾਹਿਬ ਜੀ ਕਹਿੰਦੇ ਵੀ 3 ਵਾਰੀ ਪਵਿੱਤਰ ਆਖੀਏ ਤੇ 1 ਪੁਨੀਤ ਬਣਦਾ ਹੈ। ਕੋਈ 3 ਵਾਰੀ ਪਵਿੱਤਰ ਹੋਵੇ, ਜਿੱਥੇ 3 ਵਾਰੀ ਕਿਸੇ ਨੂੰ ਪਵਿੱਤਰ ਕਹਿਣਾ ਹੈ ਨਾ ਵੀ ਇਹ ਪਵਿੱਤਰ ਹੈ, ਪਵਿੱਤਰ ਹੈ, ਪਵਿੱਤਰ ਹੈ, ਤੇ ਮਹਾਰਾਜ ਕਹਿੰਦੇ 3 ਵਾਰੀ ਕਹਿਣ ਦੀ ਲੋੜ ਨਹੀਂ, ਉੱਥੇ ਇੱਕੋ ਅੱਖਰ ਵਰਤ ਲਓ, ਪੁਨੀਤ, ਤੇ 3 ਵਾਰੀ ਪਵਿੱਤਰ ਦੇ ਬਰਾਬਰ ਪੁਨੀਤ ਹੁੰਦਾ ਹੈ। ਇਹਦੀ ਵਿਆਖਿਆ ਸੁਖਮਨੀ ਸਾਹਿਬ ਦੀ 12ਵੀਂ ਅਸ਼ਟਪਦੀ ਦੇ 8ਵੇਂ ਪਦੇ 'ਚ ਕੀਤੀ ਹੈ ਸਤਿਗੁਰੂ ਜੀ ਨੇ, ਪੰਚਮ ਪਾਤਸ਼ਾਹ ਨੇ। ਉੱਥੇ ਮਹਾਰਾਜ ਨੇ ਆਖਿਆ ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਜਿਹੜਾ ਭਾਈ ਜ਼ਿੰਦਗੀ 'ਚ 3 ਵਾਰੀ ਪਵਿੱਤਰ ਹੋਵੇ ਉਹਨੂੰ ਪੁਨੀਤ ਕਿਹਾ ਜਾ ਸਕਦਾ ਹੈ। ਜਿਹੜਾ ਮਨ ਬਾਣੀ ਸਰੀਰ ਕਰਕੇ ਪਵਿੱਤਰ ਹੈ ਉਸ ਨੂੰ ਆਪਾਂ ਪੁਨੀਤ ਕਹਿ ਸਕਦੇ, ਭਾਵ ਬਹੁਤਾ ਪਵਿੱਤਰ। ਤੇ ਸਤਿਗੁਰੂ ਕਹਿੰਦੇ ਵੀ ਜਿਹੜਾ ਸੁਣਨ ਵਾਲਾ ਹੈ ਨਾ ਨਾਮ ਨੂੰ ਤੇ ਬਾਣੀ ਨੂੰ, ਉਹ ਪੁਨੀਤ ਹੁੰਦਾ ਹੈ, ਤੇ ਜਿਹੜਾ ਕਹਿਣ ਵਾਲਾ ਹੈ ਨਾ, ਸਤਿਗੁਰੂ ਕਹਿੰਦੇ ਉਹ ਪਵਿੱਤਰ ਹੁੰਦਾ ਹੈ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। 9 ਪ੍ਰਕਾਰ ਦੀ ਭਗਤੀ ਦੇ ਵਿੱਚੋਂ ਸਭ ਤੋਂ ਪਹਿਲੀ ਭਗਤੀ ਹੈ ਸਰਵਣ ਕਰਨਾ, ਕਿ ਬਾਣੀ ਸੁਣੀ ਜਾਵੇ, ਕੀਰਤਨ ਸੁਣਿਆ ਜਾਵੇ, ਕਥਾ ਸੁਣੀ ਜਾਵੇ, ਨਾਮ ਸੁਣਿਆ ਜਾਵੇ। ਜਪਜੀ ਸਾਹਿਬ 'ਚ ਮਹਾਰਾਜ ਨੇ ਆਖਿਆ ਵੀ ਤੂੰ ਜਪ, ਤੂੰ ਗਾ, ਪਰ ਜਿੱਥੇ ਰਸਨਾ ਤੋਂ ਆਪ ਗਾਉਣਾ ਨਾ, ਇਹ ਨਹੀਂ ਵੀ ਜਦੋਂ ਦੂਜਾ ਸੁਣਾਉਂਦਾ ਉਦੋਂ ਤਾਂ ਸੁਣਨਾ ਹੀ ਹੈ। ਜਦੋਂ ਆਪ ਵੀ ਬਾਣੀ ਪੜ੍ਹਨੀ ਉਦੋਂ ਆਪ ਵੀ ਸੁਣੀ ਜਾਵੇ। ਜਦੋਂ ਆਪ ਵੀ ਰਸਨਾ ਤੋਂ ਮੂਲ ਮੰਤਰ ਉਚਾਰਨ ਕਰਨਾ, ਆਪ ਦੇ ਵੀ ਕੰਨ ਸੁਣਨ। ਜਦੋਂ ਗੁਰਮੰਤਰ ਆਪਣੀ ਰਸਨਾ ਬੋਲੇ, ਆਪਣੇ ਵੀ ਕੰਨ ਸੁਣਨ। ਆਪ ਗੁਰਬਾਣੀ ਪੜ੍ਹੀ ਵੀ ਜਾਵੇ ਤੇ ਆਪਣੇ ਕੰਨ ਸੁਣਨ ਵੀ ਉਸ ਵੇਲੇ ਨਾਲ। ਜਪਜੀ ਸਾਹਿਬ 'ਚ ਮਹਾਰਾਜ ਕਹਿੰਦੇ ਗਾਵੀਐ, ਨਾਲ ਹੀ ਕਹਿ ਦਿੱਤਾ ਸੁਣੀਐ। ਗਾਵੀਏ ਵੀ ਤੇ ਸੁਣੀਏ ਵੀ ਭਾਈ ਨਾਲ। ਗਾਵੀਐ ਸੁਣੀਐ, ਤੀਜੀ ਗੱਲ ਆਖੀ ਮਨ ਰੱਖੀਐ ਭਾਓ, ਮਨ ਵਿੱਚ ਭਾਵਨਾ ਵੀ ਰੱਖੀਏ। ਦੁੱਖ ਪਰ ਹਰ ਸੁਖ ਘਰ ਲੈ ਜਾਏ। ਪਹਿਲੀ ਭਗਤੀ ਹੈ 9 ਭਗਤੀਆਂ ਦੇ ਵਿੱਚੋਂ ਸਰਵਣ ਕਰਨਾ। ਦੂਜੀ ਭਗਤੀ ਆਖਿਆ ਸਿਮਰਨ ਕਰਨਾ। ਸਿਮਰਨ ਨਾਮ ਹੈ ਯਾਦ ਕਰਨਾ, ਚੇਤੇ ਕਰਨਾ, ਧਿਆਨ ਵਿੱਚ ਲਿਆਉਣਾ। ਤੇ ਤੀਸਰੀ ਭਗਤੀ ਆਖਿਆ ਕੀਰਤਨ ਕਰਨਾ, ਜਿਵੇਂ ਗੁਰੂ ਘਰ ਦੇ ਕੀਰਤਨੀਏ ਕਰਦੇ ਹਨ। ਤੇ ਕੀਰਤਨ ਇਕੱਲਾ ਇਨਸਾਨ ਵੀ ਕਰ ਸਕਦਾ, ਜਿੱਥੇ ਮਰਜ਼ੀ ਬੈਠਾ ਵੀ ਕਰ ਸਕਦਾ। ਕੀਰਤਨ ਤੋਂ ਭਾਵ ਹੁੰਦਾ ਕੀਰਤੀ ਕਰਨੀ। ਇਹ ਤੀਜੀ ਭਗਤੀ ਹੈ, ਸਰਵਣ, ਸਿਮਰਨ, ਕੀਰਤਨ। ਫਿਰ ਅੱਗੇ ਆਖਿਆ ਪਾਦ ਸੇਵ, ਗੁਰੂ ਮਹਾਰਾਜ ਦੇ ਚਰਨਾਂ ਦੀ ਸੇਵਾ ਕਰਨੀ। ਅਰਚਾਨ, ਸੁਗੰਧੀ ਛਿੜਕਣੀ, ਇਹ ਵੀ ਭਗਤੀ ਹੈ। ਦਾਸਾ, ਦਾਸਾ ਭਾਵ ਧਾਰਨ ਕਰਨਾ, ਹੰਕਾਰ ਛੱਡ ਕੇ ਨੀਵੇਂ ਹੋਣਾ, ਨਿਮਰਤਾ 'ਚ ਆਉਣਾ। ਸੱਚਪਨ, ਮਹਾਰਾਜ ਸਾਹਿਬ ਜੀ ਦੇ ਨਾਲ ਪ੍ਰੇਮ ਧਾਰਨ ਕਰਨਾ, ਮਿੱਤਰਤਾ ਧਾਰਨ ਕਰਨੀ। ਬੰਦਨਾ, ਬੰਦਨਾ ਕਰਨੀ, ਹੱਥ ਜੋੜ ਕੇ ਮੱਥਾ ਟੇਕਣਾ। ਸਰਬ ਨਿਵੇਦਨ ਜਾਨ, ਸਾਰਾ ਕੁਝ ਅਰਪਣ ਕਰਨਾ। ਇਹ 9 ਪ੍ਰਕਾਰ ਦੀ ਭਗਤੀ ਹੈ। ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਉਹ ਕਿਹੜਾ ਤਰੀਕਾ ਭਲੇ ਪੁਰਸ਼ੋ ਸਾਧੂ ਜਨੋ ਵਰਤਿਆ ਜਾਵੇ, ਜਿਸ ਕਰਕੇ ਅੰਦਰੋਂ ਦੁਰਮਤ ਨਾਸ ਹੋ ਜਾਵੇ, ਭੈੜੀ ਮਤ ਨਾਸ ਹੋ ਜਾਵੇ, ਤੇ ਰਾਮ ਸਰਬ ਵਿਆਪਕ ਪਰਮੇਸ਼ਰ ਦੀ ਭਗਤੀ ਦੇ ਵਿੱਚ ਮਨ ਭਿੱਜ ਜਾਵੇ, ਮਨ ਲੀਨ ਹੋ ਜਾਵੇ। ਰਹਾਉ
ਵਿਸਰਾਮ ਦੇ ਕੇ ਫਰਮਾਉਂਦੇ ਹਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਮਨ ਮਾਇਆ ਮੈਂ ਉਰਜ ਰਹਿਓ ਹੈ। ਸਤਿਗੁਰੂ ਸਾਹਿਬ ਜੀ ਹਾਲਤ ਤਾਂ ਸੰਸਾਰ ਦੀ ਦੱਸ ਰਹੇ ਆ। ਮਹਾਰਾਜ ਸਾਹਿਬ ਕਹਿੰਦੇ ਮਨ ਮਾਇਆ ਮਹਿ ਉਰਜ ਰਹਿਓ ਹੈ। ਜੀਵ ਦਾ ਮਨ, ਜਗਿਆਸੂ ਦਾ ਮਨ ਇਹ ਮਾਇਆ ਦੇ ਵਿੱਚ ਉਰਜ ਰਿਹਾ ਹੈ। ਉਰਜਣ ਤੋਂ ਭਾਵ ਫਸ ਰਿਹਾ ਹੈ। ਮਾਇਆ ਦੇ ਵਿੱਚ ਮੋਹਿਤ ਹੋ ਰਿਹਾ ਹੈ, ਮਾਇਆ ਦੇ ਵਿੱਚ ਫਸ ਰਿਹਾ ਹੈ। ਤੇ ਮਾਇਆ ਕਿਹੜੀ ਹੈ? ਦੌਲਤ ਨੂੰ ਵੀ ਮਾਇਆ ਆਖਿਆ ਹੈ, ਰੁਪਈਆਂ ਨੂੰ ਵੀ ਮਾਇਆ ਆਖਿਆ ਹੈ। ਪਰ ਰੁਪਈਏ ਇਕੱਲੇ ਹੀ ਮਾਇਆ ਨਹੀਂ ਹੈ, ਇਹ ਤਾਂ ਪ੍ਰਤੱਖ ਹੀ ਮਾਇਆ ਹੈ ਨਾ। ਰੁਪਈਏ, ਦੌਲਤ, ਹਰੇਕ ਵਸਤੂ ਨੂੰ ਮਾਇਆ ਆਖਿਆ ਹੈ। ਮਹਾਰਾਜ ਕਹਿੰਦੇ ਸਾਰਾ ਸੰਸਾਰ ਹੀ ਮਾਇਆ ਹੈ, ਸਾਰਾ ਸੰਸਾਰ ਹੀ ਮਾਇਆ ਹੈ। ਪਰਿਵਾਰ ਵੀ ਮਾਇਆ ਹੈ, ਆਪਦਾ ਸਰੀਰ ਵੀ ਮਾਇਆ ਹੈ। ਧੀਆਂ ਪੁੱਤਰ, ਮਾਤਾ ਪਿਤਾ ਸਭ ਸੰਬੰਧ ਇਹ ਮਾਇਆ ਹੀ ਮਾਇਆ ਹੈ। ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਮਾਇਆ ਦੀ ਵਿਆਖਿਆ ਕਰਦਿਆਂ ਆਖਿਆ ਉਹ ਹਰੇਕ ਵਸਤੂ ਮਾਇਆ ਜਿਹਦੇ ਵਿੱਚ ਮੋਹ ਪੈਦਾ ਹੋਵੇ। ਮੋਹ ਸੰਸਾਰ ਵਿੱਚ ਪੈਂਦਾ ਹੈ, ਅਨੇਕ ਵਸਤੂਆਂ ਦੇ ਵਿੱਚ ਮੋਹ ਪੈਦਾ ਹੁੰਦਾ ਹੈ। ਪਰਿਵਾਰ ਵਿੱਚ ਮੋਹ ਪੈਦਾ ਹੁੰਦਾ ਹੈ, ਆਪਣੀ ਦੇਹ ਵਿੱਚ ਵੀ ਮੋਹ ਪੈਦਾ ਹੁੰਦਾ ਹੈ ਵੀ ਇਹ ਮੇਰਾ ਸਰੀਰ ਹੈ, ਇਹ ਮੇਰੀ ਦੇਹ ਹੈ। ਇਹ ਮਾਇਆ ਜਿਤ ਹਰ ਵਿਸਰੈ। ਸਤਿਗੁਰੂ ਕਹਿੰਦੇ ਇਹ ਸਾਰੀ ਮਾਇਆ ਹੀ ਹੈ ਜਿਹਦੇ ਵਿੱਚ ਮੋਹ ਪੈਦਾ ਹੋ ਜਾਵੇ ਤੇ ਪਰਮੇਸ਼ਰ ਭੁੱਲ ਜਾਵੇ। ਭਾਵੇਂ ਉਹ ਕੋਈ ਅਹੁਦਾ ਹੈ, ਮੁਰਾਤਬਾ ਹੈ, ਕੋਈ ਦੌਲਤ ਹੈ, ਕੋਈ ਵਸਤੂ ਹੈ। ਸਤਿਗੁਰੂ ਕਹਿੰਦੇ ਉਹ ਸਾਰੀ ਮਾਇਆ ਜਿਹਦੇ 'ਚ ਮੋਹ ਪੈਦਾ ਹੋ ਜਾਵੇ ਤੇ ਪਰਮੇਸ਼ਰ ਭੁੱਲ ਜਾਵੇ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਪਰ ਨਾਲ ਹੀ ਕਹਿ ਦਿੱਤਾ, ਕਹੈ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਜਿਨ੍ਹਾਂ ਉੱਤੇ ਗੁਰੂ ਕੀ ਕਿਰਪਾ ਹੋਵੇ ਉਹਨਾਂ ਦੀ ਲਿਵ ਵਾਹਿਗੁਰੂ ਜੀ ਦੇ ਨਾਲ ਲੱਗਦੀ ਹੈ। ਉਹ ਮਾਇਆ ਵਿੱਚ ਰਹਿ ਕਰਕੇ ਵੀ ਪ੍ਰਭੂ ਨੂੰ ਪ੍ਰਾਪਤ ਕਰ ਲੈਂਦੇ ਹਨ। ਮਨ ਮਾਇਆ ਮਹਿ ਉਰਜ ਰਹਿਓ ਹੈ। ਸਤਿਗੁਰੂ ਕਹਿੰਦੇ ਜੀਵ ਦਾ ਮਨ ਮਾਇਆ ਪਦਾਰਥਾਂ ਦੇ ਵਿੱਚ ਫਸਿਆ ਹੋਇਆ, ਜੜ ਤੇ ਚੇਤਨ ਮਾਇਆ ਵਿੱਚ ਉਲਝਿਆ ਹੋਇਆ ਹੈ। ਇਹ ਸਮਝਦਾ ਨਹੀਂ ਹੈ ਗਿਆਨ ਦਾ ਕੋਈ ਵੀ ਬਚਨ। ਕਿੰਨਾ ਗਿਆਨ ਦੇ ਰਹੇ ਆ ਗੁਰੂ ਸਾਹਿਬ ਜੀ। ਇੱਕ ਇੱਕ ਅੱਖਰ ਵਿੱਚ ਗਿਆਨ ਹੈ ਦਿੱਤਾ ਹੋਇਆ ਸਤਿਗੁਰਾਂ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ, ਦਸਮ ਮਹਾਰਾਜ ਦੀ ਬਾਣੀ, ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ, ਭਾਈ ਨੰਦ ਲਾਲ ਸਾਹਿਬ ਜੀ ਦੀ ਬਾਣੀ, ਕਿੱਡਾ ਵੱਡਾ ਖਜ਼ਾਨਾ ਹੈ। ਤੇ ਇੱਕ ਇੱਕ ਸ਼ਬਦ ਦੇ ਵਿੱਚ ਗਿਆਨ ਹੀ ਤਾਂ ਦਿੱਤਾ ਹੈ ਗੁਰੂ ਸਾਹਿਬ ਜੀ ਨੇ। ਸਤਿਗੁਰੂ ਕਹਿੰਦੇ ਬੂਝੈ ਨਹਿ ਕਛ ਗਿਆਨਾ। ਇਹ ਜੀਵ ਮਾਇਆ ਵਿੱਚ ਇੰਨਾ ਫਸਿਆ ਹੋਇਆ ਹੈ, ਇਹ ਗਿਆਨ ਨੂੰ ਥੋੜਾ ਜਿੰਨਾ ਵੀ ਬੁੱਝਦਾ ਨਹੀਂ, ਸਮਝਦਾ ਨਹੀਂ ਹੈ। ਗਿਆਨ ਦੇ ਬਚਨ ਨੂੰ ਸਮਝਦਾ ਹੀ ਨਹੀਂ, ਇਹਦੇ ਤੇ ਅਸਰ ਨਹੀਂ ਹੁੰਦਾ। ਇਹ ਸਮਝਦਾ ਹੀ ਨਹੀਂ ਹੈ ਗੁਰੂ ਕੇ ਗਿਆਨ ਨੂੰ। ਇਹਦੇ ਹਿਰਦੇ ਵਿੱਚ ਉਹ ਬਚਨ ਆਉਂਦਾ ਹੀ ਨਹੀਂ ਹੈ, ਉਹ ਗਿਆਨ ਆਉਂਦਾ ਹੀ ਨਹੀਂ ਹੈ। ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਆਖਿਆ ਨਾ, ਕਹਿੰਦੇ ਵੀ ਸਤਿਗੁਰੂ ਸੱਚੇ ਆ, ਸਤਿਗੁਰਾਂ ਦਾ ਗਿਆਨ ਵੀ ਸੱਚਾ, ਉਪਦੇਸ਼ ਵੀ ਸੱਚਾ ਹੈ। ਕਮੀ ਹੈ ਤਾਂ ਸਿੱਖ ਦੇ ਵਿੱਚ ਹੈ, ਗੁਰੂ ਵਿੱਚ ਕਮੀ ਨਹੀਂ ਹੈ, ਸਿੱਖ ਵਿੱਚ ਕਮੀ ਹੈ। ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮਹਿ ਚੂਕ। ਭਗਤ ਜੀ ਨੇ ਆਖਿਆ ਚੂਕ ਸਿੱਖਾਂ ਵਿੱਚ ਹੈ, ਕਮੀ ਸਿੱਖਾਂ ਵਿੱਚ ਹੈ, ਗੁਰੂ ਵਿੱਚ ਨਹੀਂ ਹੈ, ਗੁਰੂ ਕੇ ਉਪਦੇਸ਼ ਵਿੱਚ ਨਹੀਂ ਹੈ। ਅਗਲੀ ਪੰਕਤੀ ਚ ਆਖਿਆ ਅੰਧੇ ਏਕ ਨਾ ਲਾਗੈ, ਜਿਉ ਬਾਂਸ ਵਜਾਈਐ ਫੂਕ। ਕਹਿੰਦੇ ਜੀਵ ਇੰਨਾ ਮਾਇਆ ਵਿੱਚ ਖਚਿਤ, ਇੰਨਾ ਅੰਧਾ ਅਗਿਆਨੀ ਹੈ, ਇਹਦੀ ਹਾਲਤ ਇਸ ਤਰ੍ਹਾਂ ਦੀ ਹੋ ਗਈ ਜਿਵੇਂ ਬਾਂਸ ਵਿੱਚ ਫੂਕ ਮਾਰੀਏ। ਬੰਸਰੀ 'ਚ ਫੂਕ ਮਾਰੀ ਜਾਂਦੀ ਨਾ ਇੱਕ ਪਾਸੇ ਦੀ, ਤੇ ਦੂਜੇ ਪਾਸੇ ਦੀ ਨਿਕਲ ਜਾਂਦੀ ਹਵਾ।
ਇਸੇ ਤਰ੍ਹਾਂ ਹੀ ਇਹ ਸੁਣਦਾ ਤੇ ਹੈ, ਪਰ ਸ਼ਰਧਾ ਤੇ ਵਿਸ਼ਵਾਸ ਨਾਲ ਨਹੀਂ ਸੁਣਦਾ। ਇਸ ਕਰਕੇ ਫਿਰ ਸੁਣਿਆ ਹੋਇਆ ਜਿਹੜਾ ਹੈ ਉਹ ਬਹੁਤਾ ਅਸਰ ਨਹੀਂ ਕਰਦਾ, ਉਹ ਹਵਾ ਦੀ ਤਰ੍ਹਾਂ ਹੀ ਨਿਕਲ ਜਾਂਦਾ ਹੈ। ਉਹ ਫੂਕ ਮਾਰੇ ਜਿਵੇਂ ਫੂਕ ਬਾਂਸ ਦੇ ਵਿੱਚ ਦੀ ਇੱਕ ਪਾਸੇ ਦੀ ਮਾਰੀ ਦੂਜੇ ਥਾਣੀ ਨਿਕਲ ਗਈ, ਇਸ ਤਰ੍ਹਾਂ ਦੀ ਹਾਲਤ ਹੋ ਰਹੀ। ਸਤਿਗੁਰੂ ਨਾਵੇਂ ਪਾਤਸ਼ਾਹ ਕਹਿੰਦੇ ਮਨ ਮਾਇਆ ਮਹਿ ਉਰਜ ਰਹਿਓ ਹੈ, ਬੂਝੈ ਨਹਿ ਕਛ ਗਿਆਨਾ। ਇਹ ਜੀਵ ਕੋਈ ਗਿਆਨ ਦਾ ਬਚਨ ਬੁੱਝਦਾ ਹੀ ਨਹੀਂ, ਸਮਝਦਾ ਹੀ ਨਹੀਂ ਹੈ, ਕਿਉਂਕਿ ਮਾਇਆ ਵਿੱਚ ਫਸਿਆ ਹੋਇਆ ਹੈ। ਇਸ ਨੂੰ ਹਰ ਵੇਲੇ ਮਾਇਆ ਹੀ ਚੇਤੇ ਆਉਂਦੀ ਹੈ। ਬਾਣੀ ਪੜ੍ਹ ਕੇ ਵੀ ਅਰਦਾਸ ਕਰਦਾ ਹੈ ਤੇ ਗਿਆਨ ਦੀ ਪ੍ਰਾਪਤੀ ਵਾਸਤੇ ਘੱਟ ਹੀ ਕਰਦਾ ਹੈ। ਕੋਈ ਵਿਰਲੇ ਵਿਰਲੇ ਹੀ ਕਰਦੇ ਹਨ। ਨਾਮ ਦੀ ਪ੍ਰਾਪਤੀ ਵਾਸਤੇ ਕੋਈ ਵਿਰਲਾ ਹੀ ਕਰਦਾ ਹੈ। ਬਾਣੀ ਪੜ੍ਹ ਕਰਕੇ ਵੀ ਪਦਾਰਥ ਦੀ ਪ੍ਰਾਪਤੀ ਵਾਸਤੇ ਹੀ ਅਰਦਾਸ ਕਰਦਾ ਹੈ। ਇਹਦਾ ਭਾਵ ਇਹ ਨਹੀਂ ਵੀ ਪਦਾਰਥ ਨਹੀਂ ਹੋਣਾ ਚਾਹੀਦਾ, ਪਦਾਰਥ ਵੀ ਹੋਣਾ ਚਾਹੀਦਾ ਹੈ। ਪਰ ਮਹਾਰਾਜ ਸਾਹਿਬ ਜੀ ਦਾ ਜੋ ਮੁੱਖ ਮਕਸਦ ਹੈ, ਪ੍ਰਯੋਜਨ ਹੈ, ਉਹ ਤਾਂ ਗਿਆਨ ਹੈ। ਵੀ ਬਾਣੀ ਪੜ੍ਹ ਕੇ ਜੋ ਬਾਣੀ ਕਹਿੰਦੀ ਹੈ ਉਸ ਨੂੰ ਸਮਝ ਤੇ ਉਹ ਗਿਆਨ ਹਾਸਲ ਕਰ। ਸਮਝ ਵੀ ਮੈਂ ਕਾਹਦੇ ਵਾਸਤੇ ਮਨੁੱਖਾ ਜਨਮ ਧਾਰਨ ਕੀਤਾ ਹੈ, ਕਿਉਂ ਆਇਆ ਹਾਂ, ਤੇ ਕਿਤੇ ਮੈਂ ਜਾਣਾ ਵੀ ਹੈ ਤੇ ਕੀ ਕਰ ਰਿਹਾ ਹਾਂ। ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਸ ਕਰਕੇ ਜਿਹੜਾ ਕਾਰਜ ਸਵਾਰਨ ਵਾਸਤੇ ਆਇਆ ਸੀ, ਮਹਾਰਾਜ ਕਹਿੰਦੇ ਉਹ ਕਾਰਜ ਵਾਸਤੇ ਤਾਂ ਉਧਰੋਂ ਤਾਂ ਇਹ ਵਾਂਝਾ ਹੀ ਹੋ ਰਿਹਾ ਹੈ। ਗਿਆਨ ਨੂੰ ਸਮਝਦਾ ਹੀ ਨਹੀਂ ਹੈ। ਬੂਝੈ ਨਹਿ ਕਛ ਗਿਆਨਾ, ਰੰਚਕ ਮਾਤਰ ਵੀ ਗਿਆਨ ਨੂੰ ਸਮਝਦਾ ਨਹੀਂ, ਕਿਉਂਕਿ ਮਾਇਆ ਵਿੱਚ ਫਸਿਆ ਹੋਇਆ ਹੈ। ਕੌਣ ਨਾਮ ਜਗ ਜਾਕੈ ਸਿਮਰੈ। ਉਹ ਕਿਹੜਾ ਨਾਮ ਹੈ ਜਗ ਦੇ ਵਿੱਚ ਜਿਸ ਦਾ ਸਿਮਰਨ ਕਰਨ ਦੇ ਨਾਲ ਪਾਵੈ ਪਦ ਨਿਰਵਾਣਾ, ਬੰਧਨਾ ਤੋਂ ਰਹਿਤ ਪਦਵੀ ਇਹ ਜੀਵ ਪ੍ਰਾਪਤ ਕਰ ਲਵੇ। ਭੈ ਦਇਆਲ ਕਿਰਪਾਲ ਸੰਤ ਜਨ। ਮਹਾਰਾਜ ਕਹਿੰਦੇ ਦਿਆਲੂ ਕਿਰਪਾਲੂ ਪਰਮੇਸ਼ਰ ਦੇ ਪਿਆਰੇ ਸੰਤ ਜਨ ਜਦੋਂ ਦਇਆ ਦੇ ਘਰ ਵਿੱਚ ਆਏ, ਉਹਨਾਂ ਨੇ ਕਿਰਪਾਲਤਾ ਕੀਤੀ। ਤਬ ਇਹ ਬਾਤ ਬਤਾਈ, ਤਾਂ ਉਸ ਵੇਲੇ ਉਹਨਾਂ ਨੇ ਇਹ ਸਿੱਖਿਆ ਦੀ ਬਾਤ ਦੱਸ ਦਿੱਤੀ, ਬਾਤ ਬਤਾ ਦਿੱਤੀ। ਇਹ ਸਿੱਖਿਆ ਦੀ ਗੱਲ ਉਹਨਾਂ ਨੇ ਕਹਿ ਦਿੱਤੀ। ਸਰਬ ਧਰਮ ਮਾਨੋ ਤੇ ਕੀਏ, ਵੀ ਸਾਰੇ ਧਰਮ ਮੰਨ ਲਓ ਵੀ ਉਸ ਮਨੁੱਖ ਨੇ, ਉਸ ਜੀਵ ਨੇ ਕਰ ਲਏ, ਜੇ ਪ੍ਰਭ ਕੀਰਤ ਗਾਈ। ਜਿਸ ਨੇ ਪ੍ਰਭੂ ਦੀ ਕੀਰਤੀ ਗਾ ਲਈ। ਜਿਸ ਨੇ ਪ੍ਰਭੂ ਦੀ ਕੀਰਤੀ ਗਾ ਲਈ ਨਾ, ਉਹਨੂੰ ਸਾਰੀ ਜੁਗਤੀ ਪ੍ਰਾਪਤ ਹੋ ਗਈ। ਉਸ ਨੇ ਸਾਰੇ ਹੀ ਧਰਮ ਕਰਮ ਕਰ ਲਏ। ਰਾਮ ਨਾਮ ਨਰ ਨਿਸਬਾਸਰ ਮੈਂ, ਸਤਿਗੁਰੂ ਕਹਿੰਦੇ ਸਰਬ ਵਿਆਪਕ ਰਾਮ ਦੇ ਨਾਮ ਨੂੰ ਮਨੁੱਖ ਰਾਤ ਦਿਨ ਦੇ ਵਿੱਚ ਨਿਮਕ ਏਕ ਔਰ ਧਾਰੈ। ਇੱਕ ਨਿਮਖ ਮਾਤਰ ਵੀ, ਅੱਖ ਝਮਕਣ ਜਿੰਨਾ ਸਮਾਂ ਵੀ ਆਪਣੇ ਹਿਰਦੇ ਵਿੱਚ ਧਾਰਨ ਕਰ ਲਵੇ। ਸਰਬ ਵਿਆਪਕ ਪ੍ਰਭੂ ਦੇ ਨਾਮ ਨੂੰ ਇਹ ਜੀਵ ਅੱਖ ਝਮਕਣ ਜਿੰਨਾ ਸਮਾਂ ਵੀ ਰਾਤ ਦਿਨ ਦੇ ਵਿੱਚ ਜੇ ਆਪਣੇ ਹਿਰਦੇ ਵਿੱਚ ਧਾਰਨ ਕਰ ਲਵੇ। ਜਬ ਕੋ ਤਰਾਸ ਮਿਟੈ ਨਾਨਕ ਤੇਹ, ਤਾਂ ਤਿਸ ਮਨੁੱਖ ਦਾ ਜਮਾਂ ਦਾ ਡਰ ਮਿਟ ਜਾਂਦਾ ਹੈ। ਜਿਹੜਾ ਰਾਤ ਦਿਨ ਦੇ ਵਿੱਚ ਅੱਖ ਝਮਕਣ ਜਿੰਨਾ ਸਮਾਂ ਵੀ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਧਾਰ ਲਵੇ ਨਾ, ਉਹਦੇ ਨੇੜੇ ਫਿਰ ਜਮ ਨਹੀਂ ਆਉਂਦੇ, ਉਹਦਾ ਜਮਾਂ ਦਾ ਡਰ ਮਿਟ ਜਾਂਦਾ ਹੈ। ਆਪਣੋ ਜਨਮ ਸਵਾਰੈ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਇਹ ਅਮੋਲਕ ਜਨਮ, ਮਾਨਸ ਜਨਮ, ਉਹ ਆਪਣਾ ਜਨਮ ਸਵਾਰ ਲੈਂਦਾ ਹੈ। ਉਹਦਾ ਜਨਮ ਸਫਲਾ ਹੋ ਜਾਂਦਾ ਹੈ। ਜਿਹੜਾ ਵਾਹਿਗੁਰੂ ਦੀ ਕੀਰਤੀ ਕਰਦਾ ਹੈ, ਉਹਨੇ ਜਾਣੋ ਸਾਰੇ ਹੀ ਧਰਮ ਜਿਹੜੇ ਆ ਉਹ ਕਰ ਲਏ। ਕਿਉਂਕਿ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਇਹ ਸਾਰੇ ਕਰਮਾਂ ਤੋਂ ਸ਼੍ਰੋਮਣੀ ਕਰਮ ਹੈ ਸਾਧ ਸੰਗਤ ਕਰਨੀ, ਪ੍ਰਭੂ ਦੀ ਕੀਰਤੀ ਕਰਨੀ। ਪਰ ਮਹਾਰਾਜ ਕਹਿੰਦੇ ਕਹੋ ਨਾਨਕ ਤੇ ਭਇਓ ਪ੍ਰਾਪਤ, ਜਿਹ ਪੁਰਬ ਲਿਖੇ ਕਾਲਹਿ ਨਾ। ਤੋ ਸਤਿਗੁਰੂ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਆ। ਗੁਰੂ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ, ਜੋ ਹੋਵੈ ਸਾਹਿਬ ਸਿਉ ਮੇਲ।
ਰਾਮ ਨਾਮ ਨਰ ਨਿਸ ਬਾਸੁਰ ਮਹਿ ਨਿਮਖ ਏਕ ਔਰ ਧਾਰੈ ਜਮ ਕੋ ਤਰਾਸ ਮਿਟੈ ਨਾਨਕ ਤੇ ਆਪਨ ਜਨਮ ਸਵਾਰੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।